ਪਿਆਰੇ ਬੱਚਿਓ 10ਵੀਂ ਕਲਾਸ ਦੇ ਜਿਹੜੇ ਟਰਮ 1 ਦੇ ਐਗਜ਼ਾਮ ਹੋਣੇ ਆ ਉਹਨਾਂ ਵਾਸਤੇ ਰਿਵੀਜ਼ਨ ਪੇਪਰ ਆ ਗਣਿਤ ਵਿਸ਼ੇ ਦਾ। ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਕਿ 40 ਨੰਬਰ ਦਾ ਪੇਪਰ ਆਉਣਾ ਔਰ ਤੁਹਾਨੂੰ ਕੋਲ ਟਾਈਮ ਜਿਹੜਾ ਵਾ ਉਹ 90 ਮਿੰਟ ਹੋਏਗਾ, ਯਾਨੀ ਕਿ 1.5 ਘੰਟਾ। ਔਰ ਇਹਦੇ ਵਿੱਚ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਨੇ। ਹੁਣ ਦੇਖਦੇ ਹਾਂ ਕਿ ਇਹਦੇ ਵਿੱਚ ਜਿਹੜਾ ਪਹਿਲਾ ਕੁਐਸਚਨ ਆ ਉਹ ਕੀ ਆ। ਜਿਹੜਾ ਇਸ ਤੋਂ ਪਹਿਲਾਂ ਸੀਗਾ, ਜਿਹੜਾ ਮਾਡਲ ਟੈਸਟ ਪੇਪਰ ਸੀਗਾ, ਉਹ ਤੁਹਾਨੂੰ ਆਲਰੇਡੀ ਮੈਂ ਸੋਲਵ ਕਰਕੇ ਦੇ ਚੁੱਕਾ। ਹੁਣ ਇਹ ਵਾਲਾ ਨੈਕਸਟ ਪੇਪਰ ਹੈਗਾ। ਦੇਖੋ ਕੁਐਸਚਨ ਕੀ ਆ, ਯੂਕਲਿਡ ਵੰਡ ਪ੍ਰਮੇਇਕਾ ਵਿੱਚ ਜੇਕਰ a ਬਰਾਬਰ b ਕਿਊ ਪਲੱਸ r, ਜਿੱਥੇ a ਅਤੇ b ਧਨਾਤਮਕ ਪੂਰਨ ਅੰਕ ਹੋਣ ਤਾਂ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ। ਦੇਖੋ ਇਹ ਸਾਡਾ ਪਹਿਲਾ ਕੁਐਸਚਨ ਹੈਗਾ ਜੀ। ਆ ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ। ਹੁਣ ਦੇਖੋ ਬੱਚਿਓ, ਜਿਹੜੀ ਜਦੋਂ ਅਸੀਂ ਡਿਵਾਈਡ ਕਰਦੇ ਹਾਂ, ਡਿਵਾਈਡ ਕਰਨ 'ਤੇ ਜਿਹੜਾ ਰਿਮਾਈਂਡਰ ਆਉਂਦਾ ਆਰ, ਜਿਹੜਾ ਰਿਮਾਈਂਡਰ ਵਾ ਇਹ 0 ਵੀ ਹੋ ਸਕਦਾ, ਯਾਨੀ ਕਿ 0 ਦੇ ਬਰਾਬਰ ਹੋ ਸਕਦਾ, 0 ਤੋਂ ਵੱਡਾ ਹੋ ਸਕਦਾ। ਪਰ ਜਿਹੜਾ ਡਿਵਾਈਜ਼ਰ ਆ ਦੇਖੋ ਆ ਜਿਹੜਾ, ਇਹ ਡਿਵਾਈਜ਼ਰ ਤੋਂ ਵੱਡਾ ਨਹੀਂ ਹੋ ਸਕਦਾ ਅਤੇ ਨਾ ਹੀ ਇਹਦੇ ਬਰਾਬਰ ਹੋ ਸਕਦਾ। ਇਹ ਡਿਵਾਈਜ਼ਰ ਤੋਂ ਛੋਟਾ ਰਹੇਗਾ। ਹੁਣ ਜਿਹੜੀਆਂ ਸਾਨੂੰ ਆਪਸ਼ਨਸ ਦਿੱਤੀਆਂ ਨੇ ਉਹਦੇ 'ਚ ਦੇਖੋ, ਪਹਿਲਾਂ ਤਾਂ ਰਿਮਾਈਂਡਰ ਨੂੰ 0 ਦੇ ਬਰਾਬਰ ਨਹੀਂ ਕੀਤਾ, ਇਹ ਗਲਤ ਆ। ਅਤੇ ਦੂਸਰਾ ਜਿਹੜਾ ਭਾਜਕ ਵਾ ਉਹਦੇ ਬਰਾਬਰ ਕੀਤਾ ਡਿਵਾਈਜ਼ਰ ਦੇ, ਇਹ ਗਲਤ ਆਪਸ਼ਨ ਹੋ ਗਈ। ਦੂਸਰੀ ਆਪਸ਼ਨ ਦੇ ਵਿੱਚ 0 ਦੇ ਬਰਾਬਰ ਅਤੇ ਭਾਜਕ ਤੋਂ ਛੋਟਾ, ਯਾਨੀ ਡਿਵਾਈਜ਼ਰ ਤੋਂ ਛੋਟਾ, ਇਹ ਆਪਸ਼ਨ ਬਿਲਕੁਲ ਸਹੀ ਆ। ਨੈਕਸਟ ਤੁਸੀਂ ਦੇਖ ਸਕਦੇ ਹੋ ਕਿ 0 ਦੇ ਵੀ ਬਰਾਬਰ ਨਹੀਂ ਦੱਸਿਆ, ਇਹ ਵੀ ਆਪਸ਼ਨ ਗਲਤ ਆ। ਇਹਦੇ 'ਚ 0 ਦੇ ਬਰਾਬਰ ਵੀ ਦੱਸਿਆ ਅਤੇ ਭਾਜਕ ਦੇ ਬਰਾਬਰ ਵੀ ਦੱਸਿਆ, ਇਹ ਵੀ ਆਪਸ਼ਨ ਗਲਤ ਹੋਏਗੀ। ਦੇਖੋ ਜਿਹੜਾ ਸਾਡੇ ਕੋਲ ਰੂਲ ਹੁੰਦਾ ਉਹ ਕਿਸ ਤਰ੍ਹਾਂ ਹੁੰਦਾ ਵਾ, ਮੈਂ ਤੁਹਾਨੂੰ ਇੱਥੇ ਲਿਖ ਕੇ ਦੱਸਦਾ ਕਿ ਭਾਜ ਬਰਾਬਰ ਭਾਜਕ ਗੁਣਾ ਭਾਗਫਲ ਜਮਾ ਬਾਕੀ, ਬਾਕੀ ਯਾਨੀ ਕਿ ਰਿਮਾਈਂਡਰ ਆਰ, ਇਹ ਹੁੰਦਾ। ਅਤੇ ਇੰਗਲਿਸ਼ ਵਿੱਚ ਡਿਵੀਡੈਂਡ ਇਜ਼ ਇਕੁਅਲ ਟੂ ਡਿਵਾਈਜ਼ਰ ਮਲਟੀਪਲਾਈ ਕੋਸ਼ੈਂਟ ਪਲੱਸ ਰਿਮਾਈਂਡਰ। ਬਸ ਇਹੀ ਤੁਹਾਡੇ ਕੋਲ ਜਿਹੜਾ ਦਿੱਤਾ ਸੀਗਾ ਤੁਹਾਨੂੰ, ਇਹ ਵਾਲੀ ਪਰਿਮੇਖ ਆ ਜਿਹੜੀ ਲਿਖੀ ਸੀਗੀ ਯੂਕਲਿਡ ਵੰਡ ਦੀ, ਉਹਦੇ ਅਨੁਸਾਰ ਇਹਦਾ ਆਨਸਰ ਆ ਬਣਦਾ ਜੇ। ਭਾਗ ਦਾ ਰੂਲ ਤੁਹਾਨੂੰ ਪਤਾ ਹੀ ਆ ਕਿ ਬਾਕੀ ਕਦੀ ਵੀ ਭਾਜਕ ਦੇ ਬਰਾਬਰ ਨਹੀਂ ਆਉਂਦਾ। ਅੱਗੇ ਦੇਖੋ ਨੈਕਸਟ ਕੁਐਸਚਨ, ਪਰਿਮੇਹ ਸੰਖਿਆ 51/2 ਦੀ ਪਾਵਰ 3 5 ਦੀ ਪਾਵਰ 3 ਦਾ ਦਸ਼ਮਲਵ ਪ੍ਰਸਾਰ ਦਸ਼ਮਲਵ ਤੋਂ ਕਿੰਨੇ ਪਦਾਂ ਬਾਅਦ ਸਮਾਪਤ ਹੋਵੇਗਾ। ਹੁਣ ਦੇਖੋ ਬੱਚਿਓ, ਜਿਹੜਾ ਡਿਨੋਮੀਨੇਟਰ ਵਾ ਉਹ 2 ਦੀ ਪਾਵਰ 3 ਕਿੰਨਾ ਹੁੰਦਾ, ਜੇ ਅਸੀਂ ਇਹਨੂੰ ਸੋਲਵ ਕਰੀਏ। ਆ ਦੇਖੋ 51/2 ਦੀ ਪਾਵਰ 3 ਕਿੰਨਾ ਹੁੰਦਾ 8, ਮਲਟੀਪਲਾਈ 5 ਦੀ ਪਾਵਰ 3 5 5 5 5 125। ਜੇ ਅਸੀਂ ਇਹਨੂੰ ਸੋਲਵ ਕਰਕੇ ਲਿਖੀਏ 125 8 ਕਿੰਨੇ ਬਣ ਗਏ 1000। ਹੁਣ ਦੇਖੋ ਦਸ਼ਮਲਵ ਕਿੰਨੇ ਸਥਾਨ ਛੱਡ ਕੇ ਜਾਏਗੀ, ਜਿੰਨੀਆਂ ਜ਼ੀਰੋਜ਼ ਨੇ, 1 2 3 1 2 3, ਯਾਨੀ ਕਿ ਕਿੰਨਾ ਆਨਸਰ ਆਏਗਾ 1 5 ਅਤੇ 1 0 3। ਇਸ ਤੋਂ ਬਾਅਦ ਦਸ਼ਮਲਵ, ਯਾਨੀ ਦਸ਼ਮਲਵ ਕਿੰਨੇ ਸਥਾਨ ਆਈ 3 ਸਥਾਨ, ਅਤੇ ਆਨਸਰ ਕੀ ਆਏਗਾ ਇਹਦਾ, ਏ ਆਪਸ਼ਨ 3। ਇਹ ਇਹਦਾ ਆਨਸਰ ਜੇ ਕਿ ਜਿਹੜੇ ਦਸ਼ਮਲਵ ਆ ਉਹ ਕਿੰਨੇ ਦਸ਼ਮਲਵ ਪ੍ਰਸਾਰ ਦਸ਼ਮਲਵ ਤੋਂ ਕਿੰਨੇ ਪਦਾਂ ਬਾਅਦ ਸਮਾਪਤ ਹੋਏਗਾ, 3 ਪਦਾਂ ਬਾਅਦ। ਇਹਦਾ ਆਨਸਰ ਦੂਸਰੇ ਕੁਐਸਚਨ ਦਾ। ਅੱਗੇ ਦੇਖੋ ਨੈਕਸਟ ਕੁਐਸਚਨ ਨੰਬਰ 3, ਜੇਕਰ ਦੋ ਸੰਖਿਆਵਾਂ ਦਾ ਗੁਣਨਫਲ 80 ਹੋਵੇ ਅਤੇ ਉਹਨਾਂ ਦਾ ਲਘੁੱਤਮ ਸਮਾਵਰਤਕ 20 ਹੋਵੇ ਤਾਂ ਮਹੱਤਮ ਸਮਾਵਰਤਕ ਪਤਾ ਕਰੋ। ਸਾਨੂੰ ਜਿਹੜਾ ਫਾਰਮੂਲਾ ਪਤਾ ਹੀ ਆ ਕਿ ਦੋ ਸੰਖਿਆਵਾਂ ਦਾ ਜਿਹੜਾ ਗੁਣਨਫਲ ਵਾ ਉਹ ਕਿਹਦੇ ਬਰਾਬਰ ਹੁੰਦਾ, ਦੋ ਸੰਖਿਆਵਾਂ ਦਾ ਗੁਣਨਫਲ ਉਹ ਕਿਹਦੇ ਬਰਾਬਰ ਹੁੰਦਾ, ਮਹੱਤਮ ਸਮਾਵਰਤਕ ਗੁਣਾ ਲਘੁੱਤਮ ਸਮਾਵਰਤਕ। ਚਾਹੇ ਲਘੁੱਤਮ ਪਹਿਲਾਂ ਲਿਖ ਲਓ ਜਾਂ ਮਹੱਤਮ ਪਹਿਲਾਂ ਲਿਖ ਲਓ। ਹੁਣ ਹੈ ਕਿੰਨਾ ਵਾ 80, ਦੋ ਸੰਖਿਆਵਾਂ ਦਾ ਗੁਣਨਫਲ ਇਸ ਪਾਸੇ ਆ ਜਾਏਗਾ ਅਤੇ ਇੱਧਰ ਲਘੁੱਤਮ ਸਮਾਵਰਤਕ 20 ਆਏਗਾ, ਮਹੱਤਮ ਸਮਾਵਰਤਕ ਇੱਥੇ ਰਹਿ ਜਾਏਗਾ। 80/20 ਕਰ ਦਾਂਗੇ ਅਸੀਂ। 80 ਜਿਸ ਤਰ੍ਹਾਂ ਜੇ ਅਸੀਂ ਇੱਧਰ ਲਿਖ ਲਈਏ ਮਹੱਤਮ ਸਮਾਵਰਤਕ ਗੁਣਾ 20, ਹੁਣ ਇਹ 20 ਆ ਕੇ ਇੱਧਰ ਭਾਗ ਕਰੇਗਾ 80 ਨੂੰ,
तो साढ़े को कितना आ जाएगा 80/20 तो कितना आंसर है 20 चौका 80 यानी कि महत्तम समावर्तक कितना आ गया 4। देखो सी ऑप्शन यह ऑप्शन इसका आंसर जे महत्तम समावर्तक जोड़ा कितना आया 4। अगे देखो क्वेश्चन नंबर 4 वर्गमूल 16-3 एक डैश संख्या है। ਜਿਹੜਾ पिछला पेपर किया जी इतने वर्गमूल वाली संख्या से वह वर्गमूल पूरा पूरा नहीं निकलता सी, लेकिन इतने हुण जी 16 का वर्गमूल जोड़ा सूँ पता कि 4 तो 4-3 कि बराबर आ गया 1 तो 1 की है एक परिमेय संख्या, इस करके इसका आंसर की आएगा परिमेय संख्या। 1 की है एक परिमेय संख्या यानी रैशनल नंबर। पिछली वाले जो पेपर मैं करवाया सी मैं तुहानूं दस्सिया सीगा ये ध्यान रखियो कि जे इत्थे कोई संख्या इस तरह की आ जाती है जिसका वर्गमूल नहीं निकलता उदों इन्हें किहड़ी संख्या बनना अपरिमेय, तो जे वर्गमूल निकलण वाली संख्या होएगी तो वर्गमूल कढ़ के उन्होंने सॉल्व करके देख लियो वो किहड़ी होएगी परिमेय संख्या। बस ये ध्यान रखना तुसीं। नैक्सट क्वेश्चन देखो बिना लंबी वंड प्रक्रिया करदिआं दसो कि परिमेय संख्या 217/40 का दशमलव प्रसार किस तरह का है। हुण देखो बच्चों असी 40 दे देखो सब तो पहला तो की करीदा उपर थले देखो कि ये किसी एक पहाड़े च कट्टियां तो नहीं जांदियां संख्यावां, ये बिल्कुल किसी एक पहाड़े च नहीं कट्टियां जा रही। हुण की करना असी जिहड़ा इहदा हर वा हर कितना दिता है 40 असी ये देखांगे कि इहदे गुणनखंड जिहड़े आ वो किहड़े बनदे आ 40 दे। इधर साइड ते असी सॉल्व कर लेने 40 दे फैक्टर बना लेने आ देखो 2 20 2 के टेबल ना किया कि आया 10 फिर 2 के टेबल ना किया तो 2 5 10 तो लास्ट में की आ गया 5 एकम 5 तो 40 के की गुणनखंड बने 2 की पावर 3 तो गुणा 5 यानी कि हर वाली संख्या 2 तो 5। हुण तुहानूं पता कि जिहड़ा इहदा रूल की आ जदों असीं लॉन्ग डिवीजन तो बिना लंबी वंड करदिआं जदों असीं ये दसना होए कि दशमलव प्रसार किस तरह का वा असीं ये देखते हैं कि हर दे विच जां तो कल्ला 2 आवे या कल्ला 5 आवे तो या 2 तो 5 दोनों आउण। हुण आ देखो इत्थे 2 कितनी वारी आया 3 वारी 2 की पावर 3 ते नाल 5 यानी कि 2 तो 5 जे दोनों भी होण तां भी दशमलव प्रसार जिहड़ा किहड़ा हुंदा शांत, जे 2 कल्ला होवे तां भी शांत, 5 कल्ला आ जे हर विच तां भी शांत, तो जे 2 तो 5 दे नाल कुछ होर आ जे तो फिर अशांत आवर्ती हुंदा जे। तो इसदा मतलब कि ये किहड़ा होएगा शांत, यह टर्मीनेटिंग आ डेसीमल एक्सपेंशन इसदी टर्मीनेटिंग। नैक्सट देखो क्वेश्चन नंबर 6 जेकर fx 3x² - 4x = 3 आ जिहड़ी आ बहुपद सानूं दित्ती हुई आ तां सिफरां दा जोड़ की है। हुण इहदे च सिफरां दा जोड़ असीं पता करना वा। देखो पता ही है तुहानूं कि सिफरां दा जोड़ दा जिहड़ा फार्मूला की हुंदा वा -b/a। की फार्मूला दा सिफरां दा जोड़ -b/a। तो कंपेयर भी तुहानूं पता ही है किहदे नाल करदे आं असीं ax² + bx + c दे नाल। हुण कंपेयर करो a की वैल्यू कितनी आ गई इत्थे 3 मैं इत्थे नाल ही लिखी जाना माइनस लिख लेने हर दे विच 3 लिख लिया। हुण b की वैल्यू इत्थों कड्ढनी b कितना वा -4 वो इत्थे लिख लिया -4 तो कितना आ गया माइनस माइनस प्लस हो गया तो कितना आया 4/3 तो किहड़ी ऑप्शन वा सी ऑप्शन 4/3 का आंसर आ गया। बिल्कुल ईजी क्वेश्चन तुहाडे इस तरह के आउणगे, तुसीं बस रूल नूं अपने माइंड 'च रखना वा भी असीं किहड़ा टॉपिक कीता सी तो उहदे च किस तरह के रूल असीं पढ़े सी। जेकर 2 घाती बहुपद दीआं सिफरां दा जोड़ 7वां क्वेश्चन आ ਅਤੇ ਗੁਣਨਫਲ ਕ੍ਰਮਵਾਰ -3 ਅਤੇ 2 ਹੋਵੇ ਤਾਂ ਬਹੁਪਦ ਹੈ। ਹੁਣ ਦੇਖੋ ਸਿਫਰਾਂ ਦਾ ਜੋੜ ਇੱਕ ਇਹ ਸਾਨੂੰ ਦਿੱਤਾ ਤੇ ਇੱਕ ਗੁਣਨਫਲ ਯਾਨੀ ਕਿ ਪਹਿਲੀ ਰਕਮ -3 ਸਿਫਰਾਂ ਦਾ ਜੋੜ ਵਾ ਅਤੇ 2 ਜਿਹੜਾ ਸਿਫਰਾਂ ਦਾ ਗੁਣਨਫਲ ਵਾ। ਅਤੇ ਬਹੁਪਦ ਤੁਹਾਨੂੰ ਪਤਾ ਹੀ ਹੈ ਕਿਹੜੀ ਹੁੰਦੀ ਹੈ ਇਹਦੀ ਬਹੁਪਦ ਅਸੀਂ ਲਿਖਦੇ ਹਾਂ x² - sx। ਐਸ ਦਾ ਮਤਲਬ ਸਮ ਆਫ ਰੂਟਸ ਸਿਫਰਾਂ ਦਾ ਜੋੜ ਸਮ ਆਫ ਜ਼ੀਰੋਜ਼ प्लस पी प्रोडक्ट ऑफ जीरोज़। हुण x² माइनस किहड़ी फार्मूले वाली। हुण सिफरां दा जोड़ कितना -3 इनू असीं ब्रैकेट च लिखांगे
प्लस पी यानी प्रोडक्ट गुणनफल वो हैगा 2। तो की बन गया एक्स स्केयर माइनस माइनस प्लस आ गया प्लस 3x प्लस 2। तो किहड़ी है वाली आ देखो लास्ट यही यदि ऑप्शन जे आंसर एक्स स्केयर प्लस 3x प्लस 2 यह सीगा साडा आ देखो यह वाली ऑप्शन लास्ट डी एक्स स्केयर प्लस 3x प्लस 2 डी ऑप्शन इसका आंसर आ गया। अगे देखो दो घाती बहुपद की घात कितनी होंदी आ तुहानूं पता ही है कि दो घाती बहुपद की घात कितनी होंदी आ 2। यह आ गया इसका आंसर सी ऑप्शन 2। अगे देखो नैक्सट क्वेश्चन एक दो घाती बहुपद पता करो जिस दियां सिफरां 2 ਅਤੇ 3 ਹੋਣ। ਹੁਣ ਉਹ ਦੋ ਘਾਤੀ ਬਹੁਪਦ ਦੇਖਣੀਆਂ ਜਿਹਦੀਆਂ ਸਿਫਰਾਂ ਕਿਹੜੀਆਂ ਨੇ 2 ਅਤੇ 3। ਹੁਣ ਦੇਖੋ ਸਾਨੂੰ ਪਤਾ ਕਿ ਜਿਹੜੀ ਸਿਫਰ ਸਾਨੂੰ ਪਹਿਲਾਂ ਦੱਸੀ ਹੋਏ ਉਹ ਅਸੀਂ ਕੀ ਕਰਦੇ ਹਾਂ ਕਿਸੇ ਬਹੁਪਦ ਵਿੱਚ ਰੱਖ ਕੇ ਤੇ ਦੇਖ ਲੈਂਦੇ ਹਾਂ। ਜਿਸ ਤਰ੍ਹਾਂ ਮੰਨ ਲਓ 2 ਆ ਇਹ ਵੀ ਧਨਾਤਮਕ ਆ ਪੋਜ਼ੀਟਿਵ ਆ ਅਤੇ 3 ਵੀ ਪੋਜ਼ੀਟਿਵ ਆ। ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਜੇ ਸਿਫਰਾਂ ਧਨਾਤਮਕ ਹੋਣ ਯਾਨੀ ਕਿ ਪੋਜ਼ੀਟਿਵ ਹੋਣ ਉਹਨੂੰ ਕਦੀ ਵੀ ਪਲੱਸ ਵਾਲੀ ਜਿਹੜੀ ਆ ਬਹੁਪਦ ਵਾ ਉਹਦੇ 'ਚ ਨਹੀਂ ਭਰਨਾ ਚਾਹੇ ਉਹ ਬਹੁਪਦ ਵਾ ਅਤੇ ਚਾਹੇ ਉਹ ਸਮੀਕਰਨ ਵਾ ਇਹਨਾਂ ਵਿੱਚ ਨਹੀਂ ਭਰਨਾ। ਇਹਦੇ 'ਚ ਭਰ ਕੇ ਦੇਖੋ ਜੇ ਕਿਸੇ ਇੱਕ ਸਿਫਰ ਦੇ ਨਾਲ ਇਹਦਾ ਆਂਸਰ ਸਿਫਰ ਹੋ ਗਿਆ ਇਹ ਇਕੁਅਲ ਟੂ 0 ਆ ਗਿਆ ਅਤੇ ਫਿਰ ਇਹੀ ਬਹੁਪਦ ਦੀਆਂ ਸਿਫਰਾਂ ਹੋਣਗੀਆਂ ਜੇ ਨਹੀਂ ਆਇਆ ਤਾਂ ਫਿਰ ਅਗਲੀ 'ਚ ਚੈੱਕ ਕਰ ਲਾਂਗੇ। ਹੁਣ ਦੇਖੋ ਇਹਦੇ 'ਚ ਐਕਸ ਦੀ ਜਗ੍ਹਾ 'ਤੇ ਕੀ ਲਿਖਾਂਗੇ 2 ਇਹ ਜਿਹੜੀ ਦੂਸਰੀ ਆ ਕਿਉਂਕਿ ਪਲੱਸ ਵਾਲੀ 'ਚ ਮੈਂ ਤੁਹਾਨੂੰ ਦੱਸਿਆ ਸੀ ਪਲੱਸ ਵਾਲੇ ਨਹੀਂ ਭਰਨੇ। ਹੁਣ ਇੱਥੇ ਲਿਖਿਆ ਐਕਸ ਦੀ ਜਗ੍ਹਾ 'ਤੇ 2 ਅਤੇ ਕਿੰਨਾ ਆ ਗਿਆ 2 ਦੀ ਪਾਵਰ 2 ਮਾਈਨਸ 5 ਅਤੇ ਨਾਲ ਕੀ ਲਿਖਾਂਗੇ 2 ਅਤੇ ਪਲੱਸ 6 2 ਦੂਣੀ 4 4 ਮਾਈਨਸ 10 5 ਦੂਣੀ 10 ਅਤੇ ਜਮ੍ਹਾਂ 6। ਹੁਣ ਆਹ ਦੇਖੋ 6 ਜਮ੍ਹਾਂ 4 10 ਅਤੇ 10 ਮਾਈਨਸ 10 ਕਿੰਨਾ ਹੋ ਗਿਆ 0 10 ਮਾਈਨਸ 10 ਬਰਾਬਰ ਹੈ 0 0 ਆ ਗਿਆ ਯਾਨੀ ਕਿ ਆਹ ਸਿਫਰ ਇਹਦੀ ਆ ਜੇ ਇੱਕ ਇਹਦੀ ਆ ਤਾਂ ਦੂਸਰੀ ਵੀ ਇਹਦੀ ਹੀ ਹੋਏਗੀ ਅਤੇ ਇਹੀ ਇਹਦਾ ਆਂਸਰ ਜੇ ਐਕਸ ਸਕੇਅਰ ਮਾਈਨਸ 5x ਪਲੱਸ 6। ਇਹ ਸਭ ਤੋਂ ਸੌਖਾ ਤਰੀਕਾ। ਅੱਗੇ ਦੇਖੋ 10ਵਾਂ ਕੁਐਸਚਨ ਦੋ ਘਾਤੀ ਬਹੁਪਦ ਐਕਸ ਸਕੇਅਰ ਮਾਈਨਸ 7 ਦੀਆਂ ਸਿਫਰਾਂ ਹਨ। ਹੁਣ ਦੇਖੋ ਐਕਸ ਸਕੇਅਰ ਮਾਈਨਸ 7 ਦੀਆਂ ਸਿਫਰਾਂ ਕਿਹੜੀਆਂ ਆਉਣਗੀਆਂ ਪਹਿਲਾਂ ਤਾਂ ਅਸੀਂ ਲਿਖਾਂਗੇ ਐਕਸ ਸਕੇਅਰ ਮਾਈਨਸ 7 ਬਰਾਬਰ 0 ਐਕਸ ਸਕੇਅਰ ਬਰਾਬਰ 7 ਅਤੇ ਐਕਸ ਬਰਾਬਰ ਹੈ ਪਲੱਸ ਮਾਈਨਸ ਵਰਗਮੂਲ 7 ਪਲੱਸ ਮਾਈਨਸ ਕਿਉਂ ਕਿਉਂਕਿ ਇਹਦੀ ਘਾਤ 2 ਆ ਅਤੇ ਤੁਹਾਨੂੰ ਪਤਾ ਕਿ ਦੋ ਘਾਤੀ ਬਹੁਪਦ ਦੀਆਂ ਸਿਫਰਾਂ ਹਮੇਸ਼ਾ 2 ਹੀ ਹੁੰਦੀਆਂ ਨੇ। ਜਿਸ ਤਰ੍ਹਾਂ ਉੱਪਰਲਾ ਕੁਐਸਚਨ ਸੀਗਾ ਤੁਸੀਂ ਆ ਦੇਖਿਆ ਹੀ ਆ ਕਿ ਦੋ ਘਾਤੀ ਬਹੁਪਦ ਦੀਆਂ ਸਿਫਰਾਂ ਕਿੰਨੀਆਂ 2। ਹੁਣ ਇੱਥੋਂ ਅਸੀਂ ਇਕੱਲੀ ਇੱਕ ਨਹੀਂ ਕੱਢ ਸਕਦੇ ਜਿਸ ਤਰ੍ਹਾਂ ਵਾਲੀ ਆ ਇਹ ਵੀ ਦੋ ਘਾਤੀ ਬਹੁਪਦ ਲਿਖਿਆ ਇਹਦੀਆਂ ਸਿਫਰਾਂ 2 ਹੀ ਹੋਣਗੀਆਂ ਜੇ ਇਕੱਲਾ 7 ਵਾ ਅਤੇ ਉਹ ਜਾਂ ਵਰਗਮੂਲ 7 ਆ ਅਤੇ ਉਹ ਇੱਕ ਪਲੱਸ ਦਾ ਅਤੇ ਇੱਕ ਮਾਈਨਸ ਦਾ ਆ ਇੱਥੇ ਮਾਈਨਸ ਨਾਲ ਜੇ ਪਲੱਸ ਅਤੇ ਮਾਈਨਸ। ਹੁਣ ਆਹ ਦੇਖੋ ਇਹਦਾ ਆਂਸਰ ਇਹ ਲਾਸਟ ਵਾਲਾ ਪਲੱਸ ਮਾਈਨਸ ਵਰਗਮੂਲ 7 ਡੀ ਆਪਸ਼ਨ ਇਹ ਇਹਦਾ ਆਂਸਰ ਜੇ। ਅੱਗੇ ਦੇਖੋ ਕੁਐਸਚਨ ਨੰਬਰ 11 11ਵੇਂ ਕੁਐਸਚਨ 'ਚ ਦੇਖੋ ਜੇਕਰ ਸਮੀਕਰਨਾਂ ਹੁਣ ਕਿਹੜੀਆਂ ਕਿਹੜੀਆਂ ਨੇ ਕੇ ਐਕਸ ਮਾਈਨਸ ਵਾਈ ਬਰਾਬਰ 2 ਅਤੇ 6x ਮਾਈਨਸ 2y ਬਰਾਬਰ 3 ਦਾ ਇੱਕ ਵਿਲੱਖਣ ਹੱਲ ਹੋਵੇ ਤਾਂ ਕੇ ਦਾ ਮੁੱਲ ਦੱਸੋ। ਹੁਣ ਬੱਚਿਓ ਦੇਖੋ ਜਿਹੜਾ ਵਿਲੱਖਣ ਹੱਲ ਵਾ ਤੁਹਾਨੂੰ ਪਤਾ ਹੀ ਆ ਕਿ ਵਿਲੱਖਣ ਹੱਲ ਦੀ ਜਿਹੜੀ ਕੰਡੀਸ਼ਨ ਵਾ ਉਹ ਕਿਹੜੀ ਹੁੰਦੀ ਆ A1 ਓਵਰ A2 ਇੱਥੇ ਲਿਖ ਦੇਣਾ A1 ਓਵਰ A2 ਨੋਟ ਇਕੁਅਲ ਟੂ ਯਾਨੀ ਕਿ ਇਹਦੇ ਬਰਾਬਰ ਨਹੀਂ ਹੁੰਦਾ B1 ਓਵਰ B2। ਇਹ ਦੋਨੋਂ ਸਮੀਕਰਨਾਂ 'ਚੋਂ ਅਸੀਂ A1 ਓਵਰ A2 ਅਤੇ B1 ਓਵਰ B2 ਦੀ ਵੈਲਿਊ ਕੱਢ ਕੇ ਅਤੇ ਅਸੀਂ ਕੀ ਫਾਈਂਡ ਕਰ ਲਾਂਗੇ ਕੇ। ਚਲੋ ਬੱਚਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਆ ਅਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਔਰ ਚੈਨਲ ਬਿਲਕੁਲ ਫ੍ਰੀ ਜੇ ਇਹਦੇ ਉੱਪਰ ਸਿਰਫ ਅਤੇ ਸਿਰਫ ਤੁਹਾਡੇ ਵਾਸਤੇ ਹੀ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਆਹ ਦੇਖੋ ਬੱਚਿਓ ਸੇਮ ਕੰਡੀਸ਼ਨ ਨੂੰ ਅਸੀਂ ਕਿੱਥੋਂ ਕੇ ਦੀ ਵੈਲਿਊ ਕੱਢਣ ਵਾਸਤੇ ਪਹਿਲਾਂ ਦੋਨੋਂ ਹੀ ਜਿਹੜੀਆਂ ਸਮੀਕਰਨਾਂ ਨੇ ਉਹਨਾਂ ਨੂੰ ਇੱਥੇ ਲਿਖ ਲੈਂਦੇ ਹਾਂ। ਪਹਿਲੀ ਸਮੀਕਰਨ ਕੀ ਹੈਗੀ ਆ ਕੇ ਐਕਸ ਮਾਈਨਸ ਵਾਈ ਇਹ 2 ਇੱਧਰ ਆ ਕੇ ਮਾਈਨਸ ਦਾ ਹੋ ਜਾਏਗਾ -2 ਬਰਾਬਰ 0। ਦੂਸਰੀ ਕਿਹੜੀ ਹੈ 6x ਮਾਈਨਸ 2y ਅਤੇ -3 ਬਰਾਬਰ 0। ਹੁਣ ਇੱਥੋਂ ਅਸੀਂ ਵੈਲਿਊ ਕੱਢ ਲਾਂਗੇ A1 ਕਿੰਨਾ ਆ ਗਿਆ K
ਤੇ b1 ਕਿੰਨਾ ਆ ਗਿਆ -1 ਕਿਉਂਕਿ y ਦਾ ਕੋਫੀਸ਼ੀਐਂਟ 1 ਵਾ ਤੇ ਨਾਲ ਮਾਈਨਸ ਲੱਗਾ ਆ। c1 ਦੀ ਵੈਲਿਊ ਦੀ ਜ਼ਰੂਰਤ ਨਹੀਂ ਆ ਲੇਕਿਨ ਫਿਰ ਵੀ ਲਿਖ ਲੈਂਦੇ ਆ। a2 ਸਾਡੇ ਕੋਲ ਕਿੰਨਾ ਆ ਗਿਆ 6, b2 ਦੀ ਵੈਲਿਊ -2 ਤੇ c2 ਦੀ ਵੈਲਿਊ -3। ਇਹ ਸਾਡੇ ਕੋਲ ਵੈਲਿਊਜ਼ ਆ ਗਈਆਂ। ਹੁਣ ਇਹ ਜਿਹੜਾ ਕੰਡੀਸ਼ਨ ਜਿਹੜੀ ਸੀਗੀ ਇੱਕ ਵਿਲੱਖਣ ਹੱਲ ਹੋਵੇ ਉਹਦੀ ਕੰਡੀਸ਼ਨ 'ਚ ਵੈਲਿਊ ਪੁੱਟ ਕਰ ਦਾਂਗੇ। ਕੀ ਆ ਜਾਏਗਾ ਕਿ a1 ਦੀ ਵੈਲਿਊ k ਤੇ a2 ਦੀ ਕਿੰਨੀ ਆ 6 ਨੋਟ ਇਕੁਅਲ ਟੂ b1 -1 ਤੇ b2 -2। ਮਾਈਨਸ ਨਾਲ ਮਾਈਨਸ ਕੱਟ ਹੋ ਗਿਆ, 6 ਨੂੰ ਇੱਧਰ ਮਲਟੀਪਲਾਈ ਕਰ ਦਾਂਗੇ। ਸਾਡੇ ਕੋਲ ਕੀ ਆ ਗਿਆ k ਬਰਾਬਰ k ਨੋਟ ਇਕੁਅਲ ਟੂ 6/2। ਹੁਣ 2 ਨਾਲ ਕਟਿੰਗ ਕਰ ਦਿਓ, 2 3 ਜਾਂ 6 ਤੇ ਕੀ ਆ ਗਿਆ k ਨੋਟ ਇਕੁਅਲ ਟੂ 3। ਕਿਹੜੀ ਆਪਸ਼ਨ ਆ? ਬੀ ਆਪਸ਼ਨ ਆ। ਦੇਖੋ ਇਹੀ ਇਹਦਾ ਆਨਸਰ ਜੇ ਕਿ k ਨੋਟ ਇਕੁਅਲ ਟੂ 3 ਹੋਏਗਾ। ਅੱਗੇ ਦੇਖੋ 12ਵਾਂ ਕੁਐਸਚਨ ਕੀ ਆ, a1 ਬਟਾ a2 ਬਰਾਬਰ b1 ਬਟਾ b2 ਪਲੱਸ c1 ਬਟਾ c2। ਇਹ ਨਿਯਮ ਹੇਠਾਂ ਲਿਖਿਆਂ ਵਿੱਚੋਂ ਕਿਸ ਲਈ ਹੈ? ਹੁਣ ਦੇਖੋ ਬੱਚਿਓ, ਸਾਡੇ ਕੋਲ ਨਿਯਮ ਕਿਹੜੇ ਨੇ? ਅਨੇਕ ਹੱਲ, ਇੱਕ ਹੱਲ, ਕੋਈ ਹੱਲ ਨਹੀਂ ਕਿ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਹੁਣ ਦੇਖੋ ਬੱਚਿਓ, ਜਦੋਂ ਇਹ ਤਿੰਨੇ ਬਰਾਬਰ ਹੋਣ ਤਾਂ ਉਦੋਂ ਜਿਹੜੀਆਂ ਸਾਡੇ ਕੋਲ ਸਮੀਕਰਨਾਂ ਹੁੰਦੀਆਂ ਨੇ ਉਹਨਾਂ ਦੇ ਅਨੇਕ ਹੱਲ ਹੁੰਦੇ ਨੇ, ਯਾਨੀ ਕਿ ਇਹਦੇ 'ਚ ਪਹਿਲੀ ਆਪਸ਼ਨ ਆਏਗੀ ਅਨੇਕ ਹੱਲ। ਹੁਣ ਇੱਕ ਹੱਲ ਆ ਦੇਖੋ, ਇੱਕ ਵਿਲੱਖਣ ਹੱਲ ਦੀ ਕੰਡੀਸ਼ਨ ਆ ਉੱਪਰ ਦੱਸੀ ਸੀ, ਉਹਦੀ ਕੰਡੀਸ਼ਨ 'ਚ ਇਹ ਪਹਿਲੇ ਦੋਵੇਂ ਬਰਾਬਰ ਨਹੀਂ ਹੁੰਦੇ। ਅਤੇ ਜਦੋਂ ਕੋਈ ਹੱਲ ਨਹੀਂ ਹੁੰਦਾ ਉਦੋਂ ਆ ਲਾਸਟ ਵਾਲਾ ਬਰਾਬਰ ਨਹੀਂ ਹੁੰਦਾ, ਜਦੋਂ ਨੋ ਸੋਲੂਸ਼ਨ ਹੋਵੇ। ਬਸ ਇਹ ਤੁਸੀਂ ਯਾਦ ਰੱਖਣਾ, ਜਦੋਂ ਤਿੰਨੇ ਬਰਾਬਰ ਆ ਜਾਣ ਤੇ ਫਿਰ ਉਹਦੇ ਅਨੇਕ ਹੱਲ ਹੁੰਦੇ ਆ। ਇਹ 12ਵਾਂ ਕੁਐਸਚਨ ਸੀਗਾ। ਅੱਗੇ ਦੇਖੋ ਕੁਐਸਚਨ ਨੰਬਰ 13, ਰੇਖਾਵਾਂ 3x - 2y ਬਰਾਬਰ 5 ਅਤੇ 6x - 4y ਬਰਾਬਰ 7 ਗ੍ਰਾਫ ਉੱਤੇ ਕਿਸ ਤਰ੍ਹਾਂ ਦੀਆਂ ਬਣਨਗੀਆਂ? ਇੰਟਰਸੈਕਟਿੰਗ ਯਾਨੀ ਕੱਟਦੀਆਂ ਹਨ, ਕੋਇਨਸੀਡੈਂਟ ਯਾਨੀ ਕਿ ਸੰਗਾਮੀ ਹਨ, ਪੈਰਲਲ ਕਿ ਸਮਾਂਤਰ ਹਨ ਕਿ ਜਾਂ ਇਹਨਾਂ 'ਚੋਂ ਕੋਈ ਨਹੀਂ। ਚਲੋ ਇਹਨੂੰ ਅਸੀਂ ਸੋਲਵ ਕਰਕੇ ਦੇਖਦੇ ਹਾਂ। ਆਹ ਦੇਖੋ ਬੱਚਿਓ, ਸਭ ਤੋਂ ਪਹਿਲਾਂ ਤਾਂ ਇੱਥੋਂ ਸਮੀਕਰਨ ਲਿਖ ਲੈਂਦੇ ਹਾਂ ਅਸੀਂ। 3x - 2y - 5 ਬਰਾਬਰ 0। ਬਿਲਕੁਲ ਜਿਸ ਤਰ੍ਹਾਂ ਅਸੀਂ ਪਿਛਲਾ ਕੁਐਸਚਨ ਕੀਤਾ ਸੀ ਉਸੇ ਤਰ੍ਹਾਂ ਹੀ ਇਹਨੂੰ ਵੀ ਕਰਾਂਗੇ। 6x - 4y - 7 ਬਰਾਬਰ 0। ਇਹਦੇ 'ਚੋਂ a1 ਦੀ ਵੈਲਿਊ 3, b1 ਦੀ -2 ਅਤੇ c1 ਦੀ -5। ਇਹਦੇ 'ਚ ਤਿੰਨੇ ਵੈਲਿਊ ਕੱਢ ਕੇ ਦੇਖਣੀਆਂ ਪੈਣਗੀਆਂ। ਹੁਣ ਇਹਦੇ 'ਚ a2 ਕਿੰਨਾ ਆ ਗਿਆ 6, b2 -4 ਅਤੇ c2 -7। ਹੁਣ ਦੇਖਦੇ ਹਾਂ a1 ਓਵਰ a2 ਕਿੰਨਾ ਆਉਂਦਾ 3/6। 3 × 3 ਅਤੇ 3 ਦੂਣੀ 6, 1/2। ਦੂਸਰਾ ਕੱਢ ਲਈਏ b1 ਬਟਾ b2, ਉਹ ਕਿੰਨਾ -2/-4। ਮਾਈਨਸ ਨਾਲ ਮਾਈਨਸ ਕੱਟ, 2 × 2 ਅਤੇ 2 ਦੂਣੀ 4 ਕਿੰਨਾ ਆ ਗਿਆ 1/2। ਇਹ ਦੋਨੋਂ ਬਰਾਬਰ ਆ ਗਏ ਆ। ਹੁਣ ਤੀਸਰੀ ਵੈਲਿਊ ਦੇਖਣੀ ਆ c1 ਬਟਾ c2 ਦੀ, ਉਹ ਦੇਖੋ ਕਿੰਨੀ ਆ -5/-7। ਮਾਈਨਸ ਨਾਲ ਮਾਈਨਸ ਕੱਟ ਅਤੇ ਕਿੰਨਾ ਆ ਗਿਆ 5/7। ਪਹਿਲੀਆਂ ਦੋ ਬਰਾਬਰ ਲੇਕਿਨ ਤੀਸਰੀ ਬਰਾਬਰ ਨਹੀਂ। ਸਾਡੇ ਕੋਲ ਕੰਡੀਸ਼ਨ ਕਿਹੜੀ ਬਣੀ? a1 ਬਟਾ a2 ਬਰਾਬਰ b1 ਬਟਾ b2 ਅਤੇ ਨਾਟ ਇਕੁਅਲ ਟੂ c1 ਬਟਾ c2। ਹੁਣ ਜਦੋਂ ਆਹ ਕੰਡੀਸ਼ਨ ਆਏ, ਤੁਹਾਨੂੰ ਮੈਂ ਦੱਸਿਆ ਸੀ ਪਿਛਲੇ ਕੁਐਸਚਨ 'ਚ ਹੀ ਕਿ ਸਮੀਕਰਨਾਂ ਦਾ ਕੋਈ ਹੱਲ ਨਹੀਂ ਹੁੰਦਾ। ਔਰ ਜਦੋਂ ਸਮੀਕਰਨਾਂ ਦਾ ਕੋਈ ਹੱਲ ਨਾ ਹੋਵੇ ਤਾਂ ਜਿਹੜਾ ਗ੍ਰਾਫ ਹੁੰਦਾ ਜੇ ਉਹ ਹਮੇਸ਼ਾ ਪੈਰਲਲ ਹੁੰਦਾ ਜੇ। ਪੈਰਲਲ ਯਾਨੀ ਕਿ ਜਿਸ ਤਰ੍ਹਾਂ ਗ੍ਰਾਫ ਬਣੇਗਾ ਅਤੇ ਇਹ ਦੋਨੋਂ ਲਾਈਨਾਂ ਜਾਂ ਤਾਂ ਇੱਧਰ ਨੂੰ ਦੋਨੋਂ ਸਮਾਂਤਰ ਚੱਲਣਗੀਆਂ, ਇਸ ਤਰ੍ਹਾਂ ਕਿਤੇ ਵੀ ਨਹੀਂ ਮਿਲਣਗੀਆਂ ਗ੍ਰਾਫ ਦੀਆਂ ਲਾਈਨਾਂ, ਅਤੇ ਜਾਂ ਫਿਰ ਕਿਸੇ ਹੋਰ ਸਾਈਡ ਨੂੰ ਗ੍ਰਾਫ ਜਿਹੜਾ ਬਣੇਗਾ ਉਹ ਜਾਂ ਇੱਧਰ ਨੂੰ ਸਮਾਂਤਰ ਆ ਸਕਦੀਆਂ ਨੇ, ਕਿਤੇ ਵੀ ਗ੍ਰਾਫ ਬਣ ਜਾਏਗਾ ਇਸ ਤਰ੍ਹਾਂ। ਇਹ ਲਾਈਨਾਂ ਕਦੀ ਮਿਲਦੀਆਂ ਨਹੀਂ ਆਪਸ ਵਿੱਚ, ਅਤੇ ਇਸ ਕਰਕੇ ਇਹਨਾਂ ਦਾ ਕੋਈ ਹੱਲ ਨਹੀਂ ਹੁੰਦਾ। ਅਤੇ ਇਹਦੀ ਕੰਡੀਸ਼ਨ ਕਿਹੜੀ ਹੁੰਦੀ ਆ ਵਾਲੀ? ਸਮਾਂਤਰ। ਇਹ ਗ੍ਰਾਫ ਦੀਆਂ ਰੇਖਾਵਾਂ ਸਮਾਂਤਰ ਹੋਣਗੀਆਂ। ਸੀ ਆਪਸ਼ਨ ਇਹਦਾ ਆਨਸਰ ਜੇ, ਸਮਾਂਤਰ ਹਨ। 14ਵਾਂ ਕੁਐਸਚਨ, x + y ਬਰਾਬਰ 7 ਅਤੇ 2x - y ਬਰਾਬਰ 5 ਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਹੱਲ ਹੈ? ਹੁਣ ਦੇਖੋ ਇਹ 'ਚ ਦੇਖਣਾ ਵਾ ਕਿ ਇਹਨਾਂ ਦਾ ਕਿਹੜਾ ਹੱਲ ਵਾ ਜਿਹੜਾ ਦੋਨਾਂ ਸਮੀਕਰਨਾਂ ਨੂੰ ਸੈਟਿਸਫਾਈ ਕਰਦਾ ਵਾ। ਦੇਖੋ ਜੇ ਇੱਥੇ ਅਸੀਂ ਪਹਿਲੀ ਜਿਹੜੀ ਸਮੀਕਰਨ ਦਿੱਤੀ ਆ x ਅਤੇ y ਇਕੱਲਾ ਵਾ। ਜੇ ਮੰਨ ਲਓ ਆ ਮੈਂ x ਦੀ ਵੈਲਿਊ 3 ਅਤੇ y ਦੀ 4, ਕਿਉਂਕਿ ਤੁਹਾਨੂੰ ਪਤਾ ਕੋਆਰਡੀਨੇਟਸ ਵਿੱਚ ਪਹਿਲੀ ਵੈਲਿਊ x ਦੀ ਅਤੇ ਦੂਸਰੀ y ਦੀ ਹੁੰਦੀ ਆ।
ਮੈਂ ਇੱਥੇ ਲਿਖਦਾ 3 ਜਮਾ 4 7 ਬਰਾਬਰ 7। ਤੁਸੀਂ ਸੋਚਣਾ ਕਿ ਇਹ ਬਰਾਬਰ ਆ ਗਏ, ਲੇਕਿਨ ਇਹਨੂੰ ਵੀ ਸੈਟਿਸਫਾਈ ਕਰਨੀ ਚਾਹੀਦੀ ਆ। ਜਦੋਂ ਮੈਂ ਇਹਦੇ 'ਚ ਵੈਲਿਊ ਪੁੱਟ ਕਰਦਾ 3 ਦੂਣਾ 6, 6 ਮਾਈਨਸ 4 ਕਿੰਨੇ ਹੋ ਗਏ 2, 2 ਬਰਾਬਰ 5 ਨਹੀਂ ਹੋ ਸਕਦੇ, ਇਸ ਕਰਕੇ ਇਹਨੂੰ ਸੈਟਿਸਫਾਈ ਨਹੀਂ ਕਰਦਾ। ਹੁਣ 5 ਅਤੇ 2 ਦੇਖੋ, 5 ਜਮਾ 2 7, ਇਹਨੂੰ ਸੈਟਿਸਫਾਈ ਕਰ ਗਏ। ਇਹ 'ਚ ਵੀ ਦੇਖਣਾ, ਜਦੋਂ ਮੈਂ x ਦੀ ਜਗ੍ਹਾ 'ਤੇ 5 ਲਿਖਾਂਗਾ ਤਾਂ 5 ਦੂਣੀ 10, ਅਤੇ y ਦੀ ਜਗ੍ਹਾ 'ਤੇ ਕੀ ਲਿਖਣਾ 2, 10 ਮਾਈਨਸ 2 8, 8 ਬਰਾਬਰ 5 ਨਹੀਂ ਹੋ ਸਕਦੇ, ਇਸ ਕਰਕੇ ਆ ਵੀ ਨਹੀਂ ਇਹਦਾ ਹੱਲ ਹੈਗਾ। ਅੱਗੇ 4 ਅਤੇ 3, 4 ਜਮਾ 3 7, ਹੁਣ ਇੱਥੇ 4 ਪੁੱਟ ਕਰਕੇ ਦੇਖੀਏ, 4 ਦੂਣੀ 8 ਅਤੇ 8 ਮਾਈਨਸ y ਦੀ ਵੈਲਿਊ 3, 8 ਮਾਈਨਸ 3 5, ਆਹ ਦੇਖੋ 2, ਇੱਥੇ 4 ਅਤੇ ਇੱਧਰ ਕਿੰਨਾ 3, 2 ਚੌਕੇ 8, 8 ਮਾਈਨਸ 3 ਕਿੰਨਾ ਆ ਗਿਆ ਬਰਾਬਰ 5। ਇਹ ਖੱਬਾ ਪਾਸਾ ਸੀ, ਸੱਜਾ ਪਾਸਾ ਪਹਿਲਾਂ ਹੀ 5 ਸੀ, ਅਤੇ ਦੋਨੋਂ ਬਰਾਬਰ ਹੋ ਗਏ, ਅਤੇ ਇਸ ਕਰਕੇ ਇਹੀ ਸੀ ਆਪਸ਼ਨ 4 3 ਇਹਨਾਂ ਦਾ ਹੱਲ ਵਾ। ਅੱਗੇ ਦੇਖੋ ਕੁਐਸਚਨ ਨੰਬਰ 15, ਸਮੀਕਰਨ ਪ੍ਰਣਾਲੀ 4x ਜਮਾ 5y ਬਰਾਬਰ 6 ਅਤੇ 2x ਜਮਾ 5y ਬਟਾ 2 ਬਰਾਬਰ 3 ਦੇ ਕਿੰਨੇ ਹੱਲ ਹਨ। ਇਹ ਹੁਣ ਅਸੀਂ ਇਹਨੂੰ ਫਿਰ ਉਸੇ ਤਰੀਕੇ ਨਾਲ ਹੀ ਸੋਲਵ ਕਰਕੇ ਦੇਖਾਂਗੇ ਕਿ ਇਹਨਾਂ ਦੇ ਕਿੰਨੇ ਹੱਲ ਨੇ। ਇੱਕ ਹੱਲ ਵਾ, ਕੋਈ ਹੱਲ ਨਹੀਂ ਆ, ਅਨੇਕ ਹੱਲ ਨੇ ਕਿ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਆ ਦੇਖੋ ਬੱਚਿਓ, ਸਭ ਤੋਂ ਪਹਿਲਾਂ ਤਾਂ ਸਮੀਕਰਨ ਲਿਖ ਲੈਂਦੇ ਹਾਂ ਅਸੀਂ, 4x ਜਮਾ 5y ਮਾਈਨਸ 6 ਬਰਾਬਰ 0, ਅਤੇ ਦੂਸਰੀ ਕਿਹੜੀ ਆ 2x ਜਮਾ 5y ਬਟਾ 2 ਮਾਈਨਸ 3 ਬਰਾਬਰ 0। ਬਿਲਕੁਲ ਉਸੇ ਤਰ੍ਹਾਂ ਹੀ ਇਹਦੇ 'ਚੋਂ ਵੀ a1 ਦੀ ਵੈਲਿਊ ਕੱਢਾਂਗੇ, ਕਿੰਨੀ ਆ ਗਈ 4, b1 5 ਅਤੇ c1 ਮਾਈਨਸ 6। ਇਸੇ ਤਰ੍ਹਾਂ ਹੀ a2 ਦੀ ਵੈਲਿਊ 2, b2 ਦੀ ਵੈਲਿਊ 5 ਬਟਾ 2 ਅਤੇ c2 ਦੀ ਵੈਲਿਊ ਮਾਈਨਸ 3। ਇਹ ਤਾਂ ਹੁਣ ਤੁਹਾਡੇ ਵਾਸਤੇ ਈਜ਼ੀ ਹੋ ਗਏ ਨੇ ਬਿਲਕੁਲ ਹੀ। ਹੁਣ ਆਹ ਦੇਖੋ, ਪਹਿਲਾਂ ਅਸੀਂ ਉਸੇ ਤਰ੍ਹਾਂ ਹੀ a1 ਓਵਰ a2 ਫਾਈਂਡ ਕਰਾਂਗੇ, ਕਿੰਨਾ ਆ ਗਿਆ 4 ਬਟਾ 2, ਕਟਿੰਗ ਕੀਤੀ 2 ਏਕਮ 2 ਅਤੇ 2 ਦੂਣੀ 4, ਕਿੰਨਾ ਆ ਗਿਆ 2 ਬਟਾ 1। ਇਕੱਲਾ 2 ਵੀ ਲਿਖ ਸਕਦੇ ਹਾਂ ਅਸੀਂ, ਅਤੇ 2 ਬਟਾ 1 ਵੀ। ਹੁਣ ਅਸੀਂ ਕੱਢਾਂਗੇ b1 ਬਟਾ b2, ਉਹ ਦੇਖੋ b1 ਦੀ ਵੈਲਿਊ ਕਿੰਨੀ 5 ਅਤੇ b2 ਦੀ ਕਿੰਨੀ 5 ਬਟਾ 2। ਹੁਣ ਇਹ 2 ਉੱਪਰ ਆ ਜਾਏਗਾ ਇੱਧਰ, ਇਹ ਬਣੇਗਾ 5 ਗੁਣਾ 2 ਬਟਾ 5, 5 ਏਕਮ 5 ਅਤੇ 5 ਏਕਮ 5, 2 ਏਕਮ 2, 2 ਬਟਾ 1, ਇਹ ਵੀ ਬਰਾਬਰ ਆ ਗਏ। ਹੁਣ ਅਸੀਂ ਕਿਹੜੀ ਵੈਲਿਊ ਦੇਖਣੀ, ਤੀਸਰੀ c1 ਬਟਾ c2 ਦੀ। c1 ਕਿੰਨਾ ਮਾਈਨਸ 6 ਅਤੇ ਉਹ ਕਿੰਨਾ ਵਾ ਮਾਈਨਸ 3। ਹੁਣ ਦੇਖੋ ਮਾਈਨਸ ਨਾਲ ਮਾਈਨਸ ਕੱਟ, 3 ਏਕਮ 3 ਅਤੇ 3 ਦੂਣੀ 6, 2 ਬਟਾ 1। ਹੁਣ ਤੁਸੀਂ ਦੇਖੋ ਤਿੰਨੇ ਰਿਜ਼ਲਟ ਸਾਡੇ ਬਰਾਬਰ ਆ ਗਏ, ਇਹ ਵੀ 2 ਬਟਾ 1, ਇਹ ਵੀ 2 ਬਟਾ 1 ਅਤੇ ਇਹ ਵੀ 2 ਬਟਾ 1। ਜਦੋਂ ਤਿੰਨੇ ਬਰਾਬਰ ਆ ਜਾਣ, ਹੁਣੇ ਅਸੀਂ ਇੱਕ ਕੁਐਸਚਨ 'ਚ ਦੇਖੀ ਸੀ ਇਹ ਵਾਲੀ ਕੰਡੀਸ਼ਨ ਕਿ ਜੇ ਤਿੰਨੇ ਬਰਾਬਰ ਹੋਣ ਤਾਂ ਫਿਰ ਕਿਸ ਤਰ੍ਹਾਂ ਦੇ ਹੱਲ ਹੁੰਦੇ ਆ, ਯਾਨੀ ਕਿ ਸਮੀਕਰਨ ਪ੍ਰਣਾਲੀਆਂ ਦੇ ਅਨੇਕ ਹੱਲ ਹੁੰਦੇ ਨੇ ਜਦੋਂ ਇਹ ਤਿੰਨੇ ਬਰਾਬਰ ਹੋ ਜਾਣ। ਅਤੇ ਸੇਮ ਉਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਕਿੰਨੇ ਹੱਲ, ਅਨੇਕ ਹੱਲ। ਆ ਦੇਖੋ ਸੀ ਆਪਸ਼ਨ, ਇਨਫਾਈਨਾਈਟ ਸੋਲੂਸ਼ਨ। ਜੇ ਇਹ ਤਿੰਨੇ ਬਰਾਬਰ ਹੋ ਜਾਣ ਤਾਂ ਫਿਰ ਅਨੇਕ ਹੱਲ ਹੁੰਦੇ ਆ। ਇਹ ਸੀਗਾ ਕੁਐਸਚਨ ਨੰਬਰ 15। ਅੱਗੇ ਦੇਖੋ, ਬਿੰਦੂ 3 ਮਾਈਨਸ 2 ਦੀ ਮੂਲ ਬਿੰਦੂ ਤੋਂ ਦੂਰੀ ਦੱਸੋ। ਮੂਲ ਬਿੰਦੂ ਯਾਨੀ ਕਿ 0 0 ਤੋਂ, 0 0 ਤੋਂ ਡਿਸਟੈਂਸ ਤੁਹਾਨੂੰ ਪਤਾ ਹੀ ਆ। ਜਦੋਂ ਮੂਲ ਬਿੰਦੂ ਤੋਂ ਦੂਰੀ ਦੇਖੋ, 3 ਮਾਈਨਸ 0 ਕੀ ਫਾਰਮੂਲਾ, ਡਿਸਟੈਂਸ ਫਾਰਮੂਲੇ ਵਿੱਚ ਅਸੀਂ ਸਿੱਧੀਆਂ ਵੈਲਿਊਜ਼ ਪੁੱਟ ਕਰ ਦਿੰਦੇ ਹਾਂ। ਇੱਥੇ ਲਿਖ ਲਓ ਸਿੱਧਾ ਹੀ, 3 ਮਾਈਨਸ 0 ਯਾਨੀ ਕਿ 3 ਦਾ ਸਕੇਅਰ, ਅਤੇ ਮਾਈਨਸ 2 ਮਾਈਨਸ 0 ਇਹਦੇ ਨਾਲ ਕੀ ਹੋ ਜਾਏਗਾ ਪਲੱਸ ਮਾਈਨਸ 2 ਦਾ ਸਕੇਅਰ। ਹੁਣ 3 ਦਾ ਸਕੇਅਰ 9, 3 ਦਾ ਸਕੇਅਰ ਕਿੰਨਾ ਆ ਗਿਆ 9, ਅਤੇ 2 ਦਾ ਵਰਗ ਕਿੰਨਾ ਹੋ ਗਿਆ 4, ਅਤੇ ਕਿੰਨਾ ਆ ਗਿਆ ਵਰਗਮੂਲ 13 ਯਾਨੀ ਕਿ ਪਲੱਸ ਦਾ। ਇਹੀ ਸੀ ਆਪਸ਼ਨ ਇਹਦਾ ਆਨਸਰ ਜੇ, ਵਰਗਮੂਲ 13। ਇੱਕ ਮਾਈਨਸ ਵਾਲਾ ਵੀ ਦਿੱਤਾ ਜੇ, ਧਿਆਨ ਰੱਖਿਓ ਕਿ ਜਦੋਂ ਅਸੀਂ ਸੰਖਿਆ ਦਾ ਵਰਗ ਕਰ ਦਿੰਦੇ ਹਾਂ ਤਾਂ ਉਹ ਹਮੇਸ਼ਾ ਪੋਜ਼ੀਟਿਵ ਹੋ ਜਾਂਦੀ ਆ, ਅਤੇ ਇਸ ਕਰਕੇ ਇਹਦਾ ਆਨਸਰ ਕਿੰਨਾ ਆਏਗਾ ਆਹ ਵਾਲਾ ਵਰਗਮੂਲ 13। ਇਹੀ ਆਨਸਰ ਜੇ ਇਹਦਾ। ਅੱਗੇ ਦੇਖੋ ਕੁਐਸਚਨ ਨੰਬਰ 17, ਬਿੰਦੂਆਂ x1 y1 ਅਤੇ x2 y2 ਨੂੰ ਮਿਲਾਉਣ ਵਾਲੇ ਰੇਖਾਖੰਡ ਦੇ ਮੱਧ ਬਿੰਦੂ ਦੇ ਨਿਰਦੇਸ਼ਾਂਕ ਕਿਹੜੇ ਹੁੰਦੇ ਆ। ਹੁਣ ਮਿਡ ਪੁਆਇੰਟ ਤੇ ਤੁਹਾਨੂੰ ਪਤਾ ਹੀ ਆ, ਮਿਡ ਪੁਆਇੰਟ ਦੇ ਉੱਤੇ ਦੋਨਾਂ ਦਾ ਜੋੜ ਬਟਾ 2, x1 ਅਤੇ ਪਲੱਸ x2 ਦਾ ਜੋੜ ਅਤੇ ਬਟਾ 2। ਲਾਸਟ ਆਪਸ਼ਨ ਕੀ ਆ ਇਹਨਾਂ ਵਿੱਚੋਂ ਕੋਈ ਨਹੀਂ। ਹੁਣ ਆਹ ਦੇਖੋ
ਇਹਦੇ ਆ ਜਿਹੜੇ ਨਿਰਦੇਸ਼ਾਂਕ ਬਣਦੇ ਜੇ x1 ਜਮਾ x2 ਬਟਾ 2 ਅਤੇ y1 ਪਲੱਸ y2 ਬਟਾ 2। ਇਹ ਧਿਆਨ ਰੱਖਿਓ ਵੀ ਹਰ 'ਚ 2 ਹੁੰਦਾ ਜਿਹਦੇ ਵਿੱਚ ਪਲੱਸ ਹੁੰਦਾ। ਇਹ ਭੁਲੇਖਾ ਪਾਉਣ ਵਾਸਤੇ 2 ਅਤੇ ਮਾਈਨਸ ਇੱਕ ਪਲੱਸ ਵਾਲਾ ਅਤੇ ਥੱਲੇ 3 ਵੀ ਦਿੱਤਾ। ਇਹ ਧਿਆਨ ਰੱਖਣਾ ਤੁਸੀਂ ਕਿ ਇਹਦੇ ਆਨਸਰ ਇਹੀ ਆਪਸ਼ਨ ਆਉਣੀ ਜੇ x1 ਪਲੱਸ x2 ਓਵਰ 2 ਅਤੇ y1 ਪਲੱਸ y2 ਓਵਰ 2। ਅੱਗੇ ਦੇਖੋ ਨੈਕਸਟ ਕੁਐਸਚਨ। ਬਿੰਦੂਆਂ A 7 13 ਅਤੇ B 10 9 ਦੇ ਵਿਚਕਾਰ ਕਿੰਨੀ ਦੂਰੀ ਹੈ? ਇਹਨਾਂ ਦੋਨਾਂ ਦੇ ਵਿਚਕਾਰ ਅਸੀਂ ਡਿਸਟੈਂਸ ਫਾਈਂਡ ਕਰਨਾ ਵਾ। ਚਲੋ ਇਹਨੂੰ ਸੋਲਵ ਕਰਦੇ ਹਾਂ। ਹੁਣ ਡਿਸਟੈਂਸ ਫਾਰਮੂਲਾ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਵਾ। A ਅਤੇ B ਦਾ ਜਿਹੜੇ 2 ਪੁਆਇੰਟ ਦਿੱਤੇ ਨੇ ਉਹਨਾਂ ਵਿੱਚ ਅਸੀਂ ਡਿਸਟੈਂਸ ਫਾਰਮੂਲਾ ਕੀ ਲਿਖਣਾ ਵਾ? x2 ਮਾਈਨਸ x1 ਦਾ ਸਕੇਅਰ ਪਲੱਸ y2 ਮਾਈਨਸ y1 ਦਾ ਸਕੇਅਰ। ਹੁਣ ਇਹਨਾਂ 'ਚ ਵੈਲਿਊਜ਼ ਪੁੱਟ ਕਰਾਂਗੇ ਅਸੀਂ। x2 10 ਮਾਈਨਸ 7 10 ਮਾਈਨਸ 7 ਦਾ ਸਕੇਅਰ ਪਲੱਸ y2 9 ਮਾਈਨਸ 13 ਅਤੇ ਇਹਦਾ ਸਕੇਅਰ। ਹੁਣ ਇਹਦਾ ਕਿੰਨਾ ਆ ਜਾਏਗਾ? 10 ਮਾਈਨਸ 7 ਅਤੇ ਕਿੰਨਾ ਆ ਗਿਆ 3 ਦਾ ਸਕੇਅਰ ਪਲੱਸ 9 ਮਾਈਨਸ 13 ਮਾਈਨਸ 4 ਦਾ ਸਕੇਅਰ। ਹੁਣ ਆ ਦੇਖੋ ਜਦੋਂ 3 ਦਾ ਸਕੇਅਰ ਕੀਤਾ ਤਾਂ ਕਿੰਨਾ ਆਇਆ 9 ਅਤੇ ਮਾਈਨਸ 4 ਦਾ ਸਕੇਅਰ ਕੀਤਾ ਤਾਂ ਕਿੰਨਾ ਆਇਆ 16। ਇਹ ਕਿਹਦੇ ਬਰਾਬਰ ਆ ਗਿਆ? ਵਰਗਮੂਲ 25। ਅਤੇ ਜਿਹੜਾ ਵਰਗਮੂਲ 25 ਹੈ ਉਹਦਾ ਵਰਗਮੂਲ ਕਿੰਨਾ ਹੁੰਦਾ? 5। ਅਤੇ ਕਿੰਨਾ ਆਨਸਰ ਆ ਗਿਆ? 5। ਅਤੇ 5 ਆਪਸ਼ਨ ਕਿਹੜੀ ਇਹਦੀ? ਪਹਿਲੀ ਆਪਸ਼ਨ A ਆਪਸ਼ਨ ਇਹਦਾ ਆਨਸਰ ਜੇ 5। ਅੱਗੇ ਦੇਖੋ ਕੁਐਸਚਨ ਨੰਬਰ 19। ਬਿੰਦੂ A 7 13 ਦੀ y ਧੁਰੇ ਤੋਂ ਦੂਰੀ ਕਿੰਨੀ ਹੈ? y ਧੁਰੇ ਦੇ ਨਿਰਦੇਸ਼ਾਂਕ ਤੁਹਾਨੂੰ ਪਤਾ ਹੀ ਆ ਕਿ y ਧੁਰੇ ਦੇ ਨਿਰਦੇਸ਼ਾਂਕ ਕਿਹੜੇ ਹੁੰਦੇ ਆ। ਲੇਕਿਨ ਅਸੀਂ ਇੱਥੇ ਜੇ ਅਸੀਂ y ਧੁਰੇ ਦੇ ਨਿਰਦੇਸ਼ਾਂਕ ਧਿਆਨ 'ਚ ਰੱਖੀਏ ਅਤੇ ਉਹਦੇ 'ਚ x ਦੀ ਵੈਲਿਊ ਜਿਹੜੀ ਉਹ 0 ਹੁੰਦੀ ਆ। y ਧੁਰੇ ਦੇ ਨਿਰਦੇਸ਼ਾਂਕ ਜਿਹੜੇ ਹੁੰਦੇ ਆ ਉਹ 'ਚ x 0 ਹੁੰਦਾ। ਪਰ ਉਹਨਾਂ ਨੇ ਇਹਦੇ 'ਚ ਦੂਰੀ ਪੁੱਛੀ ਆ। ਅਸੀਂ ਇਹ ਡਿਸਟੈਂਸ ਸਿੱਧਾ ਦਿੱਤਾ ਉਹਨਾਂ ਨੇ 7 13 6 ਕਿ ਜਾਂ 20 ਆ। ਅਸੀਂ ਦੇਖੋ ਇਹਦਾ ਇੱਕ ਜਿਹੜਾ ਦੂਸਰਾ ਤਰੀਕਾ ਗ੍ਰਾਫ ਬਣਾ ਕੇ ਅਸੀਂ ਦੇਖ ਲੈਂਦੇ ਹਾਂ ਕਿ ਜਿਹੜੀ y ਧੁਰੇ ਤੋਂ ਉਹਨਾਂ ਦੀ ਦੂਰੀ ਕਿੰਨੀ ਹੋਏਗੀ। ਮੈਂ ਤੁਹਾਨੂੰ ਗ੍ਰਾਫ ਬਣਾ ਕੇ ਦੱਸਦਾ ਇਹਨਾਂ ਦਾ। ਆਹ ਦੇਖੋ ਬੱਚਿਓ ਇਹ ਐਕਸਿਸ ਬਣਾ ਲਏ ਨੇ। ਆਹ ਤੁਹਾਨੂੰ ਪਤਾ ਕਿ x ਐਕਸਿਸ ਹੁੰਦਾ ਅਤੇ ਇਹ ਵਾਲਾ y ਐਕਸਿਸ। ਹੁਣ ਉਹਨਾਂ ਨੇ ਕੀ ਪੁੱਛਿਆ ਕਿ ਜਿਹੜਾ ਇਹ ਵਾਲਾ ਜਿਹੜਾ y ਐਕਸਿਸ ਆ ਇਸ ਬਿੰਦੂ ਦੀ ਇਸ ਧੁਰੇ ਤੋਂ ਦੂਰੀ ਕਿੰਨੀ ਆ? y ਧੁਰੇ ਤੋਂ ਇਹ ਵਾਲਾ y ਧੁਰਾ ਵਾ। ਹੁਣ ਦੇਖੋ ਇਹਦੀ ਦੂਰੀ ਅਸੀਂ ਕਿੱਦਾਂ ਦੇਖਣੀ? ਸਭ ਤੋਂ ਪਹਿਲਾਂ ਤਾਂ ਬਿੰਦੂ ਦੇਖੀਏ ਕਿੱਥੇ ਆਉਂਦਾ। x ਦੀ ਵੈਲਿਊ ਕਿੰਨੀ ਆ? 7। ਆਹ ਦੇਖੋ x ਦੀ ਵੈਲਿਊ ਕਿੰਨੀ ਆ ਗਈ? 7 ਇੱਥੇ ਆ ਗਈ। ਅਤੇ y ਦੀ ਵੈਲਿਊ ਇੱਥੇ 8 ਤੱਕ ਵਾ। ਉੱਪਰ ਜਾਵਾਂਗੇ ਤਾਂ ਕਿਤੇ 13 ਹੋਏਗੀ। ਯਾਨੀ ਕਿ ਇਹ 7 ਦੀ ਸੀ 'ਚ ਇਸ ਤਰ੍ਹਾਂ ਉੱਪਰ ਨੂੰ ਜਾਏਗਾ ਗ੍ਰਾਫ। ਅਤੇ ਜਿੱਥੇ ਕਿਤੇ ਜਾ ਕੇ 13 ਹੋਏਗਾ ਉੱਥੋਂ ਤੱਕ ਇਹ ਗ੍ਰਾਫ ਲੱਗੇਗਾ ਇਸ ਤਰ੍ਹਾਂ। ਇਹ ਇਸ ਤਰ੍ਹਾਂ ਉੱਪਰ ਜਿੱਥੇ ਕਿਤੇ ਵੈਲਿਊ 13 ਆ ਜਾਏਗੀ। ਹੁਣ ਕੁਐਸਚਨ 'ਚ ਕੀ ਪੁੱਛਦੇ ਆ ਕਿ ਆਹ ਜਿਹੜੇ ਬਿੰਦੂ ਦੀ ਆ y ਧੁਰੇ ਤੋਂ ਦੂਰੀ ਕਿੰਨੀ ਆ? ਤੇ ਦੇਖੋ ਬੱਚਿਓ y ਧੁਰੇ ਤੋਂ ਦੂਰ ਕਿੰਨਾ ਵਾ? ਇਹ ਇੱਥੋਂ ਲੈ ਕੇ ਅਤੇ ਇੱਥੋਂ ਤੱਕ ਇਹਦਾ ਡਿਸਟੈਂਸ ਆ। ਅਤੇ ਇਹ ਡਿਸਟੈਂਸ ਕਿੰਨਾ ਵਾ? ਇਹਦੀ ਵੈਲਿਊ ਕਿੰਨੀ ਹੈ ਇੱਥੇ x ਦੀ? 7। ਬਸ ਇਹ ਜੇ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਕੁਐਸਚਨ ਆਏ ਤੁਸੀਂ ਗ੍ਰਾਫ ਬਣਾ ਕੇ ਨਹੀਂ ਦੇਖਣਾ। ਸਿਰਫ ਤੁਹਾਨੂੰ ਸਮਝਾਉਣ ਵਾਸਤੇ ਮੈਂ ਗ੍ਰਾਫ ਬਣਾਇਆ ਕਿ ਅਸੀਂ ਦੂਰੀ ਦੇਖਦੇ ਕਿਸ ਤਰ੍ਹਾਂ ਵਾ। ਆਹ ਦੇਖੋ ਇਹਦੀ ਦੂਰੀ y ਧੁਰੇ ਤੋਂ ਇਹ y ਧੁਰਾ ਆ ਰਿਹਾ ਸਿੱਧਾ। ਇਹਦੇ ਤੋਂ ਇਹਦੀ ਦੂਰੀ ਕਿੰਨੀ ਆ? ਜਿੰਨੀ ਇਹਦੀ ਵੈਲਿਊ x ਦੀ ਇੱਥੇ 7। ਅਤੇ ਇਹਦੀ y ਧੁਰੇ ਤੋਂ ਦੂਰੀ ਕਿੰਨੀ ਆ ਗਈ? 7। ਇਹੀ ਇਹਦਾ ਆਨਸਰ ਆ। ਦੇਖਦੇ ਹਾਂ ਇੱਥੇ ਅਸੀਂ। ਆਹ ਦੇਖੋ 19ਵੇਂ ਕੁਐਸਚਨ ਦਾ ਆਨਸਰ ਕਿੰਨਾ ਆ ਗਿਆ? 7। ਇਹਦੀ y ਧੁਰੇ ਤੋਂ ਦੂਰੀ 7 ਆ। ਅੱਗੇ ਉਸ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੋ ਜੋ -1 7 ਅਤੇ 4 -3 ਮਿਲਾਉਣ ਵਾਲੇ ਰੇਖਾ ਖੰਡ ਨੂੰ 2:3 ਵਿੱਚ ਵੰਡਦਾ ਹੈ। ਹੁਣ ਇਹ ਵੀ ਸੋਲਵ ਕਰਕੇ ਦੇਖਦੇ ਹਾਂ। ਦੇਖੋ ਬੱਚਿਓ ਇਹਦੇ ਨਿਰਦੇਸ਼ਾਂਕ ਪਤਾ ਕਰਨ ਵਾਸਤੇ ਸਾਨੂੰ ਪਤਾ ਕਿ ਜਦੋਂ ਅਨੁਪਾਤ ਵਾਲਾ ਕੁਐਸਚਨ ਆ ਜਾਂਦਾ ਤਾਂ ਅਸੀਂ ਉਹਦੇ 'ਚ ਸੈਕਸ਼ਨ ਫਾਰਮੂਲਾ ਯੂਜ਼ ਕਰਦੇ ਹਾਂ, ਵਿਭਾਜਨ ਸੂਤਰ। ਉਹਦੇ 'ਚ x y ਦੇ ਨਿਰਦੇਸ਼ਾਂਕ ਅਸੀਂ ਪਤਾ ਕਿਸ ਤਰ੍ਹਾਂ ਕਰਦੇ ਹਾਂ ਕਿ ਫਾਰਮੂਲਾ ਹੁੰਦਾ m1 x2 ਪਲੱਸ m2 x1 ਬਟਾ m1 ਪਲੱਸ m2। ਇਸੇ ਤਰ੍ਹਾਂ ਦੂਸਰੇ ਪਾਸੇ m1 ਅਤੇ ਉੱਥੇ y x ਦੀ ਜਗ੍ਹਾ 'ਤੇ y ਆ ਜਾਏਗਾ। m2 ਅਤੇ y1 ਅਤੇ ਬਟਾ m1 ਪਲੱਸ m2। ਬਸ ਇਹਦੇ 'ਚ ਅਸੀਂ ਵੈਲਿਊਜ਼ ਪੁੱਟ ਕਰਨੀਆਂ ਨੇ, ਸੋਲਵ ਕਰਨਾ ਅਤੇ ਆਨਸਰ ਆ ਜਾਏਗਾ। ਹੁਣ ਸਾਨੂੰ ਪਤਾ ਕਿ ਜਿਹੜੀ ਅਨੁਪਾਤ 2:3 ਵਾ, ਪਹਿਲੀ ਵੈਲਿਊ m1 ਦੀ, ਦੂਸਰੀ m2 ਦੀ। ਅਤੇ ਇੱਧਰੋਂ ਅਸੀਂ
ਆ x1 y1 x2 ਅਤੇ y2 ਅਸੀਂ ਇਹ ਵੈਲਿਊਜ਼ ਇਹਦੇ ਵਿੱਚ ਲਿਖੀ ਜਾਂਦੇ ਹਾਂ। m1 ਕਿੰਨਾ 2 ਅਤੇ x2 ਕਿੰਨਾ ਆ ਗਿਆ 4। ਇਹ ਤਾਂ ਤੁਹਾਨੂੰ ਪਤਾ ਹੀ ਆ। ਹੁਣ ਸਾਰਾ ਕੁਛ ਸਿਰਫ ਇਹਦੇ 'ਚ ਵੈਲਿਊਜ਼ ਪੁੱਟ ਕਰਨੀਆਂ ਥੱਲੇ 2 ਜਮ੍ਹਾਂ 3 ਜਿਹੜਾ ਅਨੁਪਾਤ ਦਿੱਤਾ ਹੋਇਆ ਸੀ। ਇੱਧਰ ਕਿੰਨਾ ਆ ਜਾਏਗਾ 2 ਗੁਣਾ -3 ਪਲੱਸ 3 ਅਤੇ 7। ਦੂਸਰੀ ਵੈਲਿਊ ਕਿੰਨੀ ਆ 7 ਆ ਜਿਹੜੀ ਆ ਦੇਖੋ y1 ਦੀ ਵੈਲਿਊ 7। ਉਸ ਤੋਂ ਬਾਅਦ ਇੱਥੇ 2 ਜਮ੍ਹਾਂ 3। ਹੁਣ ਇਹਨੂੰ ਸੋਲਵ ਕਰ ਲਓ। ਕਿੰਨਾ ਆ ਗਿਆ 4 ਦੂਣੀ 8 8 -3 ਬਟਾ 5। ਉਸ ਤੋਂ ਬਾਅਦ -6 ਜਮ੍ਹਾਂ 21 ਬਟਾ 5। ਹੁਣ ਇਹਨੂੰ ਸੋਲਵ ਕਰਾਂਗੇ। 8 ਚੋਂ 3 ਗਏ 5 ਬਟਾ 5। ਦੂਸਰੇ ਪਾਸੇ 21 ਚੋਂ 6 ਗਏ ਤੇ 15 ਬਟਾ 5। 5 ਏਕਮ 5 ਅਤੇ 5 ਤੀਏ 15। ਕੀ ਪੁਆਇੰਟ ਆ ਗਏ ਸਾਡੇ ਕੋਲ 1 ਅਤੇ 3। ਹੁਣ ਦੇਖੋ 1 ਅਤੇ 3 ਕਿੱਥੇ ਦਿੱਤਾ ਆ ਆਪਸ਼ਨ। ਇਹ ਦੇਖੋ ਪਹਿਲੀ ਆਪਸ਼ਨ ਹੀ ਇਹਦਾ ਆਨਸਰ ਜੇ ਇਹ ਆਪਸ਼ਨ 1 ਅਤੇ 3 ਇਹ ਇਹਦਾ ਪੁਆਇੰਟ ਸੀਗਾ ਜਿਹੜਾ ਸਾਡੇ ਕੋਲ ਆਨਸਰ ਆਇਆ ਲਾਸਟ 'ਚ। ਇਹ ਸੀਗਾ ਕੁਐਸਚਨ ਨੰਬਰ 20। ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 21। ਆ ਦੇਖੋ 21ਵਾਂ ਕੁਐਸਚਨ ਕਿ ਚਿੱਤਰ ਵਿੱਚ ਕੋਣ ਜਿਹੜਾ PTQ ਦਾ ਮਾਪ ਕੀ ਹੋਵੇਗਾ। ਡਾਇਗਰਾਮ ਤੁਹਾਨੂੰ ਮੈਂ ਦਿਖਾਉਂਦਾ ਇੱਕ ਸਾਈਡ 'ਤੇ ਐਸੇ। ਆ ਦੇਖੋ ਸਾਨੂੰ ਉਹਨਾਂ ਨੇ ਕਿਹਦਾ ਮਾਪ ਪੁੱਛਿਆ PTQ ਯਾਨੀ ਕਿ ਆਹ ਵਾਲਾ ਕੋਣ ਅਸੀਂ ਦੱਸਣਾ ਵਾ ਇਹ ਕਿੰਨਾ ਵਾ। ਦੇਖੋ ਬੱਚੇ ਜਿਹੜਾ ਇੱਥੇ ਕੋਣ ਦਿੱਤਾ 110 ਡਿਗਰੀ ਆ। ਸਾਨੂੰ ਪਤਾ ਕਿ ਜਿਹੜੇ ਅਰਧ ਵਿਆਸ ਨੇ ਉਹ ਸਪਰਸ਼ ਰੇਖਾ ਨਾਲ ਕਿੰਨੇ ਡਿਗਰੀ ਦਾ ਕੋਣ ਬਣਾਉਂਦੇ ਆ 90 ਡਿਗਰੀ ਦਾ। ਇੱਥੇ ਵੀ 90 ਦਾ ਅਤੇ ਇਹ ਵੀ 90 ਦਾ। ਅਤੇ ਜਿਹੜੀ ਆ ਚਤੁਰਭੁਜ ਬਣੀ PTQO ਇਹਦੇ ਚਾਰਾਂ ਕੋਣਾਂ ਦਾ ਜੋੜ 360 ਡਿਗਰੀ। ਇਹ 'ਚੋਂ ਕਿਹੜੇ ਘਟਾਵਾਂਗੇ 110 ਪਲੱਸ 90 ਅਤੇ ਪਲੱਸ 90 90 90 180 180 ਅਤੇ 110 ਕਿੰਨੇ ਹੋ ਗਏ 180 ਅਤੇ 110 290। ਇਹ ਵਿੱਚੋਂ ਮਾਈਨਸ ਕਰ ਦਿੱਤਾ ਸਾਡੇ ਕੋਲ ਐਂਗਲ PTQ ਆ ਜਾਏਗਾ। ਹੁਣ ਇਹਦੇ 'ਚੋਂ ਮਾਈਨਸ ਕੀਤਾ ਅਤੇ ਕਿੰਨਾ ਆਇਆ 16 ਚੋਂ 9 ਗਏ 7 70 ਡਿਗਰੀ। ਇਹ ਇਹਦਾ ਆਨਸਰ ਆਇਆ ਜੇ 70 ਡਿਗਰੀ। ਇਹ ਦੇਖੋ ਆ C ਆਪਸ਼ਨ ਇਹ C ਆਪਸ਼ਨ ਇਹਦਾ ਆਨਸਰ ਜੇ 70 ਡਿਗਰੀ। ਬਿਲਕੁਲ ਈਜ਼ੀ ਜਿਹਾ ਕੁਐਸਚਨ ਆ। ਤੁਸੀਂ ਆਰਾਮ ਨਾਲ ਇਸ ਤਰ੍ਹਾਂ ਕਰਕੇ ਦੇਖ ਸਕਦੇ ਹੋ। ਬਸ ਤੁਸੀਂ ਯਾਦ ਰੱਖਣਾ ਕਿ ਜਿਹੜੇ ਅਰਧ ਵਿਆਸ ਨੇ ਉਹ ਸਪਰਸ਼ ਰੇਖਾ ਦੇ ਨਾਲ ਜਿੱਥੇ ਸਪਰਸ਼ ਬਿੰਦੂ ਬਣਦਾ ਉਹਦੇ ਨਾਲ 90 ਡਿਗਰੀ ਦਾ ਕੋਣ ਬਣਾਉਂਦੇ ਨੇ ਯਾਨੀ ਸਮਕੋਣ ਬਣਾਉਂਦੇ ਆ। ਅਗਲਾ ਕੁਐਸਚਨ ਦੇਖੋ ਚੱਕਰ ਦੇ ਇੱਕ ਬਾਹਰੀ ਬਿੰਦੂ ਤੋਂ ਚੱਕਰ 'ਤੇ ਕਿੰਨੀਆਂ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ। ਆਹ ਦੇਖੋ ਇਹੀ ਡਾਇਗਰਾਮ ਤੁਸੀਂ ਦੇਖੋ ਇਹ T ਚੱਕਰ ਤੋਂ ਬਾਹਰੀ ਬਿੰਦੂ ਆ। ਇਹਦੇ ਤੋਂ ਕਿੰਨੀਆਂ ਸਪਰਸ਼ ਰੇਖਾਵਾਂ ਆਈਆਂ 1 ਅਤੇ 2। ਇਹ 2 ਹੀ ਬਸ ਖਿੱਚੀਆਂ ਜਾ ਸਕਦੀਆਂ ਇਸ ਤੋਂ ਵੱਧ ਨਹੀਂ। ਅਤੇ ਇਹਦਾ ਆਨਸਰ ਕੀ ਆਏਗਾ C ਆਪਸ਼ਨ 2 ਕਿ ਇੱਕ ਚੱਕਰ ਦੇ ਇੱਕ ਬਾਹਰੀ ਬਿੰਦੂ ਤੋਂ ਚੱਕਰ 'ਤੇ ਸਿਰਫ 2 ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ। ਨੈਕਸਟ ਕੁਐਸਚਨ ਦੇਖੋ ਇੱਕ ਬਿੰਦੂ Q ਤੋਂ ਇੱਕ ਚੱਕਰ 'ਤੇ ਸਪਰਸ਼ ਰੇਖਾ ਦੀ ਲੰਬਾਈ 4 ਸੈਂਟੀਮੀਟਰ ਅਤੇ Q ਦੀ ਕੇਂਦਰ ਤੋਂ ਦੂਰੀ 5 ਸੈਂਟੀਮੀਟਰ ਹੈ ਤਾਂ ਚੱਕਰ ਦਾ ਅਰਧ ਵਿਆਸ ਕੀ ਹੋਵੇਗਾ। ਹੁਣ ਅਸੀਂ ਇਹ ਕੁਐਸਚਨ ਦਾ ਮੈਂ ਡਾਇਗਰਾਮ ਬਣਾ ਕੇ ਅਤੇ ਫਿਰ ਦੱਸਦਾ ਵਾਂ। ਆਹ ਦੇਖੋ ਬੱਚਿਓ ਚੱਕਰ ਦਾ ਕੇਂਦਰ ਦੇਖੋ ਇੱਕ ਬਿੰਦੂ Q ਤੋਂ ਇੱਕ ਚੱਕਰ 'ਤੇ ਸਪਰਸ਼ ਰੇਖਾ ਦੀ ਲੰਬਾਈ 4 ਸੈਂਟੀਮੀਟਰ ਹੈ ਅਤੇ Q ਦੀ ਕੇਂਦਰ ਤੋਂ ਦੂਰੀ 5 ਸੈਂਟੀਮੀਟਰ। ਹੁਣ ਦੇਖੋ ਆ ਜਿਹੜਾ Q ਆ ਇਹਦੀ ਕੇਂਦਰ ਤੋਂ ਦੂਰੀ ਕਿੰਨੀ ਆ 5 ਸੈਂਟੀਮੀਟਰ। ਉਸ ਤੋਂ ਬਾਅਦ ਜਿਹੜੀ ਸਪਰਸ਼ ਰੇਖਾ ਦੀ ਲੰਬਾਈ ਹੈ ਇਸ ਬਿੰਦੂ ਤੋਂ ਉਹ ਕਿੰਨੀ ਆ 4 ਸੈਂਟੀਮੀਟਰ। ਹੁਣ ਤੁਹਾਨੂੰ ਮੈਂ ਦੱਸਿਆ ਸੀ ਕਿ ਜਿਹੜਾ ਅਰਧ ਵਿਆਸ ਆ ਚੱਕਰ ਦਾ ਉਹ ਸਪਰਸ਼ ਰੇਖਾ ਦੇ ਨਾਲ ਇੱਥੇ 90 ਡਿਗਰੀ ਦਾ ਕੋਣ ਬਣਾਉਂਦਾ। ਇਹ ਕੀ ਬਣ ਗਈ ਇੱਕ ਸਮਕੋਣੀ ਤ੍ਰਿਭੁਜ ਜਿਹਦੇ ਵਿੱਚ ਆ ਲੰਬ ਆ ਆਧਾਰ ਅਤੇ ਆ ਕਰਨ। ਤੇ ਸਾਨੂੰ ਪਤਾ ਕਿ ਕਰਨ ਦਾ ਵਰਗ ਹੁਣ ਸਿੱਧਾ ਲਿਖ ਦੇਣਾ ਮਾਈਨਸ ਲੰਬ ਦਾ ਵਰਗ ਕਿਹਦੇ ਬਰਾਬਰ ਹੁੰਦਾ ਆਧਾਰ ਦਾ ਵਰਗ ਯਾਨੀ ਕਿ ਆ ਜਿਹੜਾ OA ਇਹਦਾ ਵਰਗ ਮੈਂ ਸਿੱਧਾ ਲਿਖ ਦਿੱਤਾ। ਇੱਧਰ ਕਿੰਨਾ ਆ ਗਿਆ 25 ਮਾਈਨਸ 16 25 ਮਾਈਨਸ 16 ਕਿਹਦੇ ਬਰਾਬਰ ਆ ਗਿਆ OA ਦੇ ਵਰਗ ਦੇ 25 ਚੋਂ 16 ਗਏ ਅਤੇ 9। ਹੁਣ ਇੱਧਰੋਂ ਵਰਗ ਹਟਾਇਆ ਅਤੇ ਵਰਗਮੂਲ ਲਿਖ ਦਿੱਤਾ ਇੱਧਰੋਂ ਜਾਂ ਸਕੇਅਰਿੰਗ ਬੋਥ ਸਾਈਡਸ ਕਹਿ ਸਕਦੇ ਹਾਂ। ਅਤੇ OA ਕਿਹਦੇ ਬਰਾਬਰ ਆ ਗਿਆ 9 ਦਾ ਵਰਗਮੂਲ 3 ਅਤੇ 3 ਆਨਸਰ ਆ ਗਿਆ ਇਹਦਾ। ਅਤੇ ਜਿਹੜਾ 3 ਹੈ OA ਕੀ ਆ ਅਰਧ ਵਿਆਸ। ਅਤੇ ਇਹੀ ਸਾਨੂੰ ਇਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਅਰਧ ਵਿਆਸ ਦੀ ਜਿਹੜੀ ਲੰਬਾਈ ਆ ਉਹ ਪਤਾ ਕਰੋ ਕਿੰਨੀ ਆ। ਆਹ ਦੇਖੋ
ਜਿਹੜਾ ਅਰਧ ਵਿਆਸ ਆ ਦੇਖੋ ਇੱਥੇ ਲਿਖਿਆ ਰੇਡੀਅਸ ਆਫ ਦਾ ਸਰਕਲ, ਇਹ 3 ਸੈਂਟੀਮੀਟਰ, ਸੀ ਆਪਸ਼ਨ ਇਹਦਾ ਆਨਸਰ ਆ ਗਿਆ 3 ਸੈਂਟੀਮੀਟਰ। ਅੱਗੇ ਦੇਖੋ ਨੈਕਸਟ ਕੁਐਸਚਨ ਕੀ ਹੈ, ਦੋ ਸਮਕੇਂਦਰੀ ਚੱਕਰਾਂ ਦੇ ਅਰਧ ਵਿਆਸ 5 ਸੈਂਟੀਮੀਟਰ ਤੇ 4 ਸੈਂਟੀਮੀਟਰ ਹਨ। ਅੱਗੇ ਕਹਿੰਦੇ ਵੱਡੇ ਚੱਕਰ ਦੀ ਉਸ ਜੀਵਾ ਦੀ ਲੰਬਾਈ ਪਤਾ ਕਰੋ ਜੋ ਕਿ ਛੋਟੇ ਚੱਕਰ ਨੂੰ ਸਪਰਸ਼ ਕਰਦੀ ਹੈ। ਅਸੀਂ ਹੁਣ ਵੱਡੇ ਚੱਕਰ ਦੀ ਜੀਵਾ ਦੀ ਲੰਬਾਈ ਪਤਾ ਕਰਨੀ ਹੈ। ਡਾਇਗਰਾਮ ਬਣਾ ਕੇ ਤੁਹਾਨੂੰ ਮੈਂ ਦੱਸਦਾ। ਆ ਦੇਖੋ ਅਰਧ ਵਿਆਸ ਤੇ 5 ਸੈਂਟੀਮੀਟਰ ਤੇ 4 ਸੈਂਟੀਮੀਟਰ। ਹੁਣ ਆ ਦੇਖੋ ਵੱਡੇ ਚੱਕਰ ਦਾ ਅਰਧ ਵਿਆਸ 5 ਸੈਂਟੀਮੀਟਰ, ਛੋਟੇ ਦਾ 4 ਸੈਂਟੀਮੀਟਰ। ਅਤੇ ਕਹਿੰਦੇ ਵੀ ਵੱਡੇ ਚੱਕਰ ਦੀ ਉਸ ਜੀਵਾ ਦੀ ਲੰਬਾਈ ਜਿਹੜੀ ਆ ਉਹ ਪਤਾ ਕਰਨੀ ਆ ਜਿਹੜੀ ਛੋਟੇ ਚੱਕਰ ਨੂੰ ਸਪਰਸ਼ ਕਰਦੀ ਆ। ਦੇਖੋ ਇੱਥੇ ਸਪਰਸ਼ ਕਰਦੀ ਆ। ਅਰਧ ਵਿਆਸ ਸਪਰਸ਼ ਰੇਖਾ ਨਾਲ ਕੋਣ 90 ਡਿਗਰੀ। ਆ ਕਰਨ, ਆ ਲੰਬ ਤੇ ਆ ਆਧਾਰ ਹੁਣੇ ਸੋਲਵ ਕੀਤਾ ਸੀ। ਇਹ 'ਚ ਵੀ ਸਿੱਧਾ ਲਿਖ ਦਿੰਦੇ ਆ 5 ਦਾ ਵਰਗ 25 ਅਤੇ 25 ਮਾਈਨਸ 4 ਦਾ ਵਰਗ 16। ਆ ਦੇਖੋ 25 ਅਤੇ ਨਾਲ ਮਾਈਨਸ 16, ਇਹ ਸਾਡੇ ਕੋਲ ਆ ਗਿਆ। ਅਤੇ 25 ਵਿੱਚੋਂ 16 ਗਏ ਅਤੇ ਕਿੰਨੇ ਬਚੇ 9। ਅਤੇ ਦੂਜੇ ਪਾਸੇ ਇਹਦਾ ਵਰਗ ਹੋਏਗਾ AP ਦਾ, ਅਤੇ ਉਹ ਇੱਧਰ ਆ ਕੇ ਵਰਗਮੂਲ ਬਣ ਜਾਏਗਾ, ਯਾਨੀ ਕਿ AP ਕਿਹਦੇ ਬਰਾਬਰ ਆ ਗਿਆ 3। ਹੁਣ ਆ ਇਹਦੀ ਲੈਂਥ ਆ ਗਈ 3, ਅਤੇ ਸਾਨੂੰ ਪਤਾ ਕਿ ਜੇ AP 3 ਵਾ ਅਤੇ PB ਵੀ 3 ਹੋਏਗਾ, ਕਿਉਂਕਿ ਇੱਥੋਂ ਲੈ ਕੇ ਇੱਥੋਂ ਤੱਕ ਵੀ ਇਹਦੀ ਲੰਬਾਈ ਕਿੰਨੀ ਆ 5, ਅਤੇ ਇੱਧਰ ਵੀ 4, ਅਤੇ ਸੇਮ ਉਹੀ ਕੁਐਸਚਨ ਬਣੇਗਾ। ਅਤੇ ਇਹ ਵੀ 3, ਅਤੇ ਪੂਰਾ AP ਕਿੰਨਾ ਆ ਗਿਆ 3 ਜਮ੍ਹਾਂ 3 ਬਰਾਬਰ 6, ਅਤੇ ਕਿੰਨਾ ਆ ਗਈ ਜਿਹੜੀ ਜੀਵਾ ਦੀ ਲੰਬਾਈ ਕਿੰਨੀ ਆ ਗਈ 6 ਸੈਂਟੀਮੀਟਰ। ਇਹੀ ਇਹਦਾ ਆਨਸਰ ਜੇ। ਬਿਲਕੁਲ ਸ਼ਾਰਟਕਟ ਮੈਥਡ ਤੁਸੀਂ ਇਸ ਤਰ੍ਹਾਂ ਹੀ ਸੋਲਵ ਕਰਨੇ ਆ ਕੁਐਸਚਨ। ਆ ਦੇਖੋ 6 ਆਨਸਰ ਆ ਗਿਆ, 6 ਸੈਂਟੀਮੀਟਰ ਦੀ ਆਪਸ਼ਨ B ਜੇ। ਆ ਦੇਖੋ ਨੈਕਸਟ ਕੁਐਸਚਨ ਦੇਖੋ 25ਵਾਂ। ਜੇਕਰ ਸਾਈਨ A + B ਵਰਗਮੂਲ 3/2 ਅਤੇ ਕੌਜ਼ A - B ਵਰਗਮੂਲ 3/2 ਹੈ ਤਾਂ A ਦਾ ਮੁੱਲ ਕੀ ਹੋਵੇਗਾ। ਇਹ ਵੀ ਤੁਹਾਨੂੰ ਮੈਂ ਸੋਲਵ ਕਰਕੇ ਦੱਸਦਾ। ਆ ਦੇਖੋ ਸਾਈਨ A + B ਬਰਾਬਰ ਵਰਗਮੂਲ ਕਿੰਨਾ 3/2। ਜਿਹੜਾ ਵਰਗਮੂਲ 3/2 ਆ ਉਹ ਸਾਈਨ ਕਿੰਨੇ ਦੀ ਵੈਲਿਊ ਹੁੰਦੀ ਹੈ ਸਾਈਨ 60 ਦੀ। ਅਸੀਂ ਇੱਥੇ ਸਿੱਧਾ ਕੀ ਲਿਖਾਂਗੇ ਸਾਈਨ 60 ਡਿਗਰੀ। ਇਹਦੀ ਜਗ੍ਹਾ 'ਤੇ ਵਰਗਮੂਲ 3/2 ਦੀ ਜਗ੍ਹਾ 'ਤੇ ਕਿੰਨਾ ਆ ਗਿਆ ਸਾਈਨ 60, ਅਤੇ ਸਾਈਨ ਨਾਲ ਸਾਈਨ ਕੱਟਿਆ ਗਿਆ, ਅਤੇ A + B ਕਿੰਨਾ ਆ ਗਿਆ 60 ਡਿਗਰੀ। ਦੂਸਰੇ ਪਾਸੇ ਸਾਡੇ ਕੋਲ ਕੀ ਆ ਕੌਜ਼ A - B ਬਰਾਬਰ ਵਰਗਮੂਲ 3/2। ਕੌਜ਼ A - B ਬਰਾਬਰ ਵਰਗਮੂਲ 3/2। ਹੁਣ ਕੌਸ ਦੇ ਵਿੱਚ ਇਹਦੀ ਵੈਲਿਊ ਕਿੰਨੀ ਹੁੰਦੀ ਹੈ ਕੌਸ 30 ਡਿਗਰੀ ਦੀ। ਇੱਥੇ ਕੌਸ 30 ਡਿਗਰੀ ਆ ਜਾਏਗਾ, ਕੌਸ ਨਾਲ ਕੌਸ ਕੈਂਸਲ, A - B ਬਰਾਬਰ 30 ਡਿਗਰੀ। ਹੁਣ ਸਾਡੇ ਕੋਲ ਇਹ ਦੋ ਸਮੀਕਰਨਾਂ ਬਣ ਗਈਆਂ, ਇਹਨਾਂ ਨੂੰ ਸੋਲਵ ਕਰ ਲਾਂਗੇ ਇਹਦੇ ਵਿੱਚੋਂ, ਅਤੇ ਇਹਨਾਂ ਨੂੰ ਦੋਨਾਂ ਨੂੰ ਵੈਲਿਊ ਕੱਢਾਂਗੇ ਅਸੀਂ ਇਹਦੀ ਦੋਨਾਂ 'ਚੋਂ, ਦੋਨਾਂ ਨੂੰ ਪਲੱਸ ਕਰ ਦਈਏ। ਇਹ ਮੈਂ ਇਹਦੇ ਥੱਲੇ ਲਿਖ ਦਿੰਦਾ A - B ਬਰਾਬਰ 30 ਡਿਗਰੀ। ਦੋਨੋਂ ਪਲੱਸ ਕਰਨੇ ਆ। ਆ ਦੇਖੋ B ਪਲੱਸ ਦਾ B ਮਾਈਨਸ ਦਾ ਕੈਂਸਲ, A ਅਤੇ A ਕਿੰਨਾ ਆ ਗਿਆ 2A, ਅਤੇ 60 ਜਮ੍ਹਾਂ 30 90 ਡਿਗਰੀ। A ਦੀ ਵੈਲਿਊ ਫਾਈਂਡ ਕਰਨੀ ਆ 90/2। ਕਟਿੰਗ ਕੀਤੀ ਅਤੇ ਕਿੰਨਾ ਆ ਗਿਆ 45, ਯਾਨੀ ਕਿ A ਕਿਹਦੇ ਬਰਾਬਰ ਆ ਗਿਆ 45 ਡਿਗਰੀ। ਆ ਦੇਖੋ B ਆਪਸ਼ਨ 45 ਡਿਗਰੀ, ਇਹੀ ਇਹਦਾ ਆਨਸਰ ਜੇ 25ਵੇਂ ਕੁਐਸਚਨ ਦਾ। ਅੱਗੇ ਦੇਖੋ ਕੁਐਸਚਨ ਨੰਬਰ 26। ਜੇਕਰ ਸਾਈਨ A ਬਰਾਬਰ 3/5 ਹੋਵੇ ਤਾਂ ਟੈਨ A ਕਿਹਦੇ ਬਰਾਬਰ ਹੋਵੇਗਾ। ਇਹ ਵੀ ਤੁਹਾਨੂੰ ਸੋਲਵ ਕਰਕੇ ਦੱਸਦਾ। ਆ ਦੇਖੋ ਬੱਚਿਓ ਸਾਈਨ A ਦੀ ਵੈਲਿਊ ਕਿੰਨੀ ਦਿੱਤੀ 3/5, ਔਰ ਜਿਹੜਾ ਰੂਲ ਤੁਹਾਨੂੰ ਮੈਂ ਦੱਸਿਆ ਹੋਇਆ ਵਾ ਪਹਿਲਾਂ ਵੀ ਕਿ ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲੇ, ਅਤੇ ਇਹਦੇ 'ਚ ਪਹਿਲੀ ਵੈਲਿਊ ਸਾਈਨ ਦੀ, ਫਿਰ ਕੌਸ ਦੀ, ਅਤੇ ਫਿਰ ਟੈਨ ਦੀ। ਅਤੇ ਇੱਧਰਲੇ ਪਾਸੇ ਕਿਹੜੀ ਕਿਹੜੀ ਹੁੰਦੀ ਆ ਕੋਸੀਕੈਂਟ ਸਾਨੂੰ ਲੋੜ ਨਹੀਂ ਹੈ, ਮੈਂ ਵੈਸੇ ਤੁਹਾਨੂੰ ਦੱਸ ਰਿਹਾ ਸੀਕੈਂਟ ਅਤੇ ਕੋਟੇਂਜੈਂਟ ਯਾਨੀ ਕੋਟ। ਹੁਣ ਸਾਈਨ ਦੀ ਵੈਲਿਊ P/H, P/H ਆ ਸਾਈਨ ਦੀ ਵੈਲਿਊ ਜੇ, P/H ਯਾਨੀ ਕਿ ਪਰਪੈਂਡੀਕੂਲਰ ਬਟਾ ਹਾਈਪੋਟੀਨਿਊਸ, ਅਤੇ ਆ ਕੀ ਹੋ ਗਿਆ ਬੇਸ। ਹੁਣ ਕੌਸ ਸਾਈਨ ਦੀ ਵੈਲਿਊ ਦਿੱਤੀ P/H, ਸਾਈਨ P/H ਯਾਨੀ 3/5, ਅਤੇ ਪਰਪੈਂਡੀਕੂਲਰ ਕਿੰਨਾ ਹੋ ਗਿਆ 3, ਅਤੇ ਹਾਈਪੋਟੀਨਿਊਸ ਕਿੰਨਾ ਹੋ ਗਿਆ 5। ਹੁਣ ਅਸੀਂ ਇਹੀ ਵੈਲਿਊ ਕੱਢ ਲੈਣੀ ਆ ਬੇਸ ਦੀ, ਜਿਸ ਤਰ੍ਹਾਂ ਪਿੱਛੇ ਕੀਤਾ 25 - 9। ਮੈਂ ਇੱਥੇ ਸਿੱਧਾ ਹੀ ਕਰ ਦਿੰਦਾ ਜਿਹੜਾ ਪਾਈਥਾਗੋਰਸ 25 - 9 ਕਿਹਦੇ ਬਰਾਬਰ ਆ ਗਿਆ 16 ਦੇ, ਅਤੇ 16 ਦਾ ਵਰਗਮੂਲ ਕਿੰਨਾ ਹੁੰਦਾ 4, ਯਾਨੀ ਕਿ ਸਾਡੇ ਕੋਲ ਬੇਸ ਕਿੰਨਾ ਆ ਗਿਆ 4। ਹੁਣ ਸਾਨੂੰ ਕਿਹਦੀ ਕਿਹਾ ਵਾ ਟੈਨ ਦੀ ਵੈਲਿਊ ਪਤਾ ਕਰਨੀ ਆ। ਮੰਨ ਲਓ ਇੱਥੇ ਐਂਗਲ ਆ A ਹੋਏਗਾ, ਆ B ਅਤੇ ਆ ਵਾਲਾ C,
ਹੁਣ ਇੱਥੋਂ ਟੈਨ ਦੀ ਵੈਲਿਊ ਕੱਢਣੀ ਆ, ਟੈਨ ਏ ਦੀ ਅਤੇ ਟੈਨ ਦੀ ਵੈਲਿਊ ਕੀ ਹੁੰਦੀ ਆ ਪੀ ਬਟਾ ਬੀ, ਯਾਨੀ ਪਰਪੈਂਡੀਕੂਲਰ ਬਟਾ ਬੇਸ, ਯਾਨੀ 3/4 ਆ। ਦੇਖੋ 3/4 ਅਤੇ ਟੈਨ ਦੀ ਵੈਲਿਊ ਕਿੰਨੀ ਆ ਗਈ 3/4। ਅਤੇ ਦੇਖੋ ਇੱਥੇ ਆਪਸ਼ਨ ਇਹਦੇ 'ਚ 3/4 ਆ, ਸੀ ਆਪਸ਼ਨ 3/4। ਇਹੀ ਆਨਸਰ ਜੇ ਕੁਐਸਚਨ ਨੰਬਰ 26 ਦਾ। ਅੱਗੇ ਦੇਖੋ ਕੁਐਸਚਨ ਨੰਬਰ 27। ਆ ਦੇਖੋ 27ਵਾਂ ਕੁਐਸਚਨ ਕੀ ਆ, 10 ਸੀਕੈਂਡ ਸਕੁਏਅਰ ਏ ਮਾਈਨਸ 10 ਟੈਨ ਸਕੁਏਅਰ ਏ ਕਿਹਦੇ ਬਰਾਬਰ ਆ। ਦੇਖੋ ਬੱਚੋ 10 ਦੋਨੋਂ ਪਾਸੋਂ ਕਾਮਨ ਆ ਜਾਏਗਾ ਅਤੇ ਬਾਕੀ ਕੀ ਬਚਿਆ ਸੀਕੈਂਡ ਸਕੁਏਅਰ ਏ ਮਾਈਨਸ ਟੈਨ ਸਕੁਏਅਰ ਏ। ਹੁਣ ਸਾਨੂੰ ਪਤਾ ਕਿ ਇਹਦੀ ਵੈਲਿਊ ਕਿੰਨੀ ਹੁੰਦੀ 1, ਅਤੇ 10 × 1 ਕਿੰਨਾ ਆ ਗਿਆ 10 × 10, ਅਤੇ ਕੀ ਆਨਸਰ ਆ ਗਿਆ ਇਹਦਾ 10। ਇਹੀ ਬੀ ਆਪਸ਼ਨ ਇਹਦਾ ਆਨਸਰ ਜੇ। ਉਸ ਤੋਂ ਬਾਅਦ ਦੇਖੋ ਕੁਐਸਚਨ ਨੰਬਰ 28, ਜੇਕਰ ਟੈਨ ਏ ਬਰਾਬਰ ਕਾਟ ਏ ਹੈ ਤਾਂ ਏ ਦਾ ਮੁੱਲ ਕਿੰਨਾ ਹੋਵੇਗਾ। ਦੇਖੋ ਬੱਚੋ ਟੈਨ ਏ ਬਰਾਬਰ ਕਾਟ ਏ ਦਿੱਤਾ, ਅਸੀਂ ਇਹਨੂੰ ਕਿਸ ਤਰ੍ਹਾਂ ਲਿਖ ਸਕਦੇ ਹਾਂ, ਟੈਨ ਏ ਬਰਾਬਰ, ਹੁਣ ਸਾਨੂੰ ਪਤਾ ਕਿ ਟੈਨ 90 ਮਾਈਨਸ ਥੀਟਾ, ਅਤੇ ਥੀਟਾ ਇੱਥੇ ਕੀ ਹੈ ਐਂਗਲ ਏ, ਅਤੇ ਇਹ ਦੋਨੋਂ ਬਰਾਬਰ ਹੋਣਗੇ ਕਿਉਂਕਿ ਟੈਨ 90 ਮਾਈਨਸ ਏ ਕਿਹਦੇ ਬਰਾਬਰ ਹੁੰਦਾ ਕਾਟ ਏ ਦੇ, ਅਤੇ ਇਹਦਾ ਕਾਟ ਏ ਦੀ ਜਗ੍ਹਾ 'ਤੇ ਮੈਂ ਆਹ ਲਿਖ ਲਿਆ। ਹੁਣ ਇੱਥੇ ਟੈਨ ਦੇ ਨਾਲ ਟੈਨ ਕੈਂਸਲ, ਕੀ ਬਚਿਆ ਏ ਬਰਾਬਰ 90 ਡਿਗਰੀ ਮਾਈਨਸ ਏ। ਹੁਣ ਮਾਈਨਸ ਏ ਇੱਧਰ ਆ ਕੇ ਪਲੱਸ ਦਾ ਹੋ ਜਾਏਗਾ, ਏ ਪਲੱਸ ਏ ਬਰਾਬਰ 90 ਡਿਗਰੀ। ਇਹ ਕਿਹਦੇ ਬਰਾਬਰ ਆ ਗਿਆ 2 ਬਰਾਬਰ 90, ਅਤੇ ਏ ਬਰਾਬਰ ਹੈ 90/2। ਕਟਿੰਗ ਕੀਤੀ ਅਤੇ 45, ਏ ਦਾ ਕਿੰਨਾ ਆਨਸਰ ਆ ਗਿਆ ਏ ਬਰਾਬਰ ਹੈ 45 ਡਿਗਰੀ, ਅਤੇ ਉਹ ਆਨਸਰ ਦੇਖੋ ਕਿੱਥੇ ਆ ਸੀ ਆਪਸ਼ਨ ਆ ਵਾਲੀ, ਸੀ ਆਪਸ਼ਨ ਏ ਦੀ ਵੈਲਿਊ ਕਿੰਨੀ ਆ ਗਈ 45 ਡਿਗਰੀ। ਇਹ ਸੀਗਾ ਸਾਡਾ ਕੁਐਸਚਨ ਨੰਬਰ 28। ਅੱਗੇ ਦੇਖੋ ਕੁਐਸਚਨ ਨੰਬਰ 29, ਸਾਈਨ 30 ਡਿਗਰੀ ਪਲੱਸ ਕੌਸ 60 ਡਿਗਰੀ ਪਲੱਸ ਟੈਨ 45 ਡਿਗਰੀ ਕਿਹਦੇ ਬਰਾਬਰ ਹੋਏਗਾ। ਹੁਣ ਸਾਨੂੰ ਪਤਾ ਕਿ ਸਾਈਨ ਜਿਹੜਾ 30 ਡਿਗਰੀ ਆ ਉਹਦੀ ਵੈਲਿਊ ਕਿੰਨੀ ਹੁੰਦੀ ਆ, ਸਾਈਨ 30 ਦੀ ਵੈਲਿਊ ਲਿਖ ਕੇ ਸਾਰਿਆਂ ਦੀ ਵੈਲਿਊ ਪੁੱਟ ਕਰ ਦਾਂਗੇ, 1/2 ਕੌਸ 60 ਵੀ 1/2 ਅਤੇ ਟੈਨ 45 1। ਹੁਣ 1/2 ਜਮਾ 1/2 ਕਿੰਨਾ ਹੁੰਦਾ 1, ਅਤੇ 1 ਜਮਾ 1 ਕਿਹਦੇ ਬਰਾਬਰ ਆ ਗਿਆ 2 ਦੇ, ਅਤੇ ਕਿੰਨਾ ਆਨਸਰ ਆ ਗਿਆ 2। ਚਾਹੇ ਇਸ ਤਰ੍ਹਾਂ ਸੋਲਵ ਕਰ ਲਓ ਜਾਂ ਐਲਸੀਐਮ ਲੈ ਕੇ ਤੁਸੀਂ ਕਰ ਸਕਦੇ ਹੋ, ਇਹ ਤਾਂ ਕੈਲਕੂਲੇਸ਼ਨ ਤੁਹਾਡੇ ਵਾਸਤੇ ਤਾਂ ਈਜ਼ੀ ਹੈ ਵਾਲੀ। ਇਹਦਾ ਆਨਸਰ ਕਿੰਨਾ ਆਇਆ 2। ਆ ਦੇਖੋ ਡੀ ਆਪਸ਼ਨ, ਇਹੀ ਇਹਦਾ ਆਨਸਰ ਜੇ 2। ਉਸ ਤੋਂ ਬਾਅਦ ਦੇਖੋ ਨੈਕਸਟ ਕੁਐਸਚਨ, 2 ਟੈਨ 30 ਡਿਗਰੀ ਅਤੇ 1 ਜਮਾ ਟੈਨ ਸਕੁਏਅਰ 30 ਡਿਗਰੀ ਕਿਹਦੇ ਬਰਾਬਰ ਹੋਏਗਾ। ਹੁਣ ਦੇਖੋ ਸਾਨੂੰ ਪਤਾ ਕਿ ਜਿਹੜਾ ਟੈਨ 30 ਡਿਗਰੀ ਆ ਉਹਦੀ ਵੈਲਿਊ ਕਿੰਨੀ ਹੁੰਦੀ, ਅਸੀਂ ਲਿਖਾਂਗੇ ਇੱਥੇ ਪਹਿਲਾਂ 2 ਟੈਨ 30 ਦੀ ਵੈਲਿਊ ਹੁੰਦੀ ਜੇ 1/3 ਥੱਲੇ 1 ਜਮਾ 1/3 ਦਾ ਸਕੇਅਰ, ਕਿਉਂਕਿ ਇੱਥੇ ਸਕੇਅਰ ਪਾਇਆ। ਹੁਣ ਇਹਨੂੰ ਸੋਲਵ ਕਰ ਲਾਂਗੇ, 2/3 ਅਤੇ ਹਰ 'ਚ ਕਿੰਨਾ ਆ ਗਿਆ 1 ਜਮਾ 1/3। ਹੁਣ ਇਹਨੂੰ ਜਦੋਂ ਸੋਲਵ ਕਰਾਂਗੇ ਐਲਸੀਐਮ ਲੈ ਕੇ ਤਾਂ ਕਿੰਨਾ ਆਏਗਾ 3 × 3 ਅਤੇ 3 ਜਮਾ 1 4, 4/3, 2/3 ਬਟਾ 4/3। ਇਹ ਤਾਂ ਤੁਹਾਨੂੰ ਸੋਲਵ ਕਰਨੇ ਆਉਂਦਾ ਹੀ ਆ 2/3, ਅਤੇ ਇਹ ਉੱਪਰ ਆ ਜਾਏਗਾ 3 ਅਤੇ 4 ਥੱਲੇ, 2 × 2 2 ਦੂਣੀ 4, ਅਤੇ ਕਿੰਨਾ ਆ ਗਿਆ ਸਾਡੇ ਕੋਲ, ਇੱਥੇ ਲਿਖ ਲੈਂਦੇ ਹਾਂ 3/3 ਗੁਣਾ 2। ਹੁਣ ਜਿਹੜਾ ਵਰਗਮੂਲ 3 ਵਾ ਇਹਨੂੰ 3 ਦੇ ਨਾਲ ਅਸੀਂ ਕਟਿੰਗ ਕਿਸ ਤਰ੍ਹਾਂ ਕਰ ਸਕਦੇ, 3 ਨੂੰ 2 ਵਾਰੀ ਵਰਗਮੂਲ 3 ਲਿਖ ਸਕਦੇ ਹਾਂ ਅਸੀਂ। ਉਹ ਕਿਸ ਤਰ੍ਹਾਂ ਲਿਖਣਾ ਵਾ, ਆਹ ਦੇਖੋ ਆਹ ਵਾਲੇ 3 ਨੂੰ ਮੈਂ ਕੀ ਲਿਖ ਸਕਦਾ ਵਰਗਮੂਲ 3 ਗੁਣਾ ਵਰਗਮੂਲ 3, ਕਿਉਂਕਿ ਇਹਦਾ ਬਣ ਜਾਣਾ ਵਰਗਮੂਲ 9, ਅਤੇ 9 ਦਾ ਵਰਗਮੂਲ ਕਿੰਨਾ ਹੁੰਦਾ 3, ਅਤੇ ਫਿਰ ਸਾਡੇ ਕੋਲ ਆਹ ਵੈਲਿਊ ਆ ਜਾਏਗੀ ਥੱਲੇ ਵਰਗਮੂਲ 3 ਗੁਣਾ 2। ਆਹ ਇੱਕ ਕੱਟਿਆ ਗਿਆ ਅਤੇ ਕਿੰਨਾ ਆਨਸਰ ਆ ਗਿਆ ਵਰਗਮੂਲ 3/2। ਅਤੇ ਵਰਗਮੂਲ 3/2 ਜਿਹੜੀ ਆ ਉਹ ਵੈਲਿਊ ਜਿਹੜੀ ਉਹ ਕਿਹਦੀ ਹੁੰਦੀ ਆ ਸਾਈਨ 60 ਡਿਗਰੀ ਦੀ, ਸਾਈਨ 60 ਡਿਗਰੀ ਦੀ। ਆ ਵਰਗਮੂਲ 3/2 ਵੈਲਿਊ ਕਿਹਦੀ ਆ ਸਾਈਨ 60 ਡਿਗਰੀ ਦੀ, ਅਤੇ ਉਹ ਕਿੱਥੇ ਆ ਏ ਆਪਸ਼ਨ ਸਾਈਨ 60 ਡਿਗਰੀ ਆ ਵਾਲੀ, ਇਹ ਇਹਦਾ ਆਨਸਰ ਜੇ। ਅੱਗੇ ਦੇਖੋ ਕੁਐਸਚਨ ਨੰਬਰ 31, ਇੱਕ ਪਾਸਾ ਇੱਕ ਵਾਰੀ ਸੁੱਟਿਆ ਗਿਆ, ਪਾਸੇ ਦੇ ਉੱਤੇ ਅਭਾਜ ਸੰਖਿਆ ਆਉਣ ਦੀ ਸੰਭਾਵਨਾ ਕੀ ਆ। ਹੁਣ ਤੁਹਾਨੂੰ ਪਤਾ ਕਿ ਅਭਾਜ ਸੰਖਿਆ ਜਿਹੜੀ ਆ ਉਹ ਕਿਸ ਤਰ੍ਹਾਂ ਹੁੰਦੀ ਆ, ਦੇਖੋ ਪਾਸੇ ਦੇ ਉੱਪਰ 1 2 3 4 5 ਅਤੇ 6 ਅਭਾਜ ਸੰਖਿਆ ਕਿਹੜੀ ਕਿਹੜੀ ਆ ਗਈ 1 2 1 3 ਅਤੇ 1 5। ਕਿੰਨੀਆਂ ਅਭਾਜ ਸੰਖਿਆਵਾਂ ਆ ਗਈਆਂ 3 3/6,
3 एकम 3 तो 3 दूनी 6 1/2 तो 1/2 आंसर जिहड़ा वा पहली ऑप्शन इहदा आंसर जे 1/2। इन्हां विचों किहड़ी किसी घटना की संभावना नहीं हो सकती, वो देखते हैं की ऑप्शन है इन्हां दी। आ देखो ये ऑप्शन की है, एक 0.3 4/7 77% तो 5/3। देखो बच्चों मैं तुहानूं दस्सिया सी पिछली वारी जिहड़ी तुहानूं मैं वीडियो विच मॉडल टैस्ट पेपर सॉल्व कराया सी, ਉਹਦੇ 'ਚ मैं दस्सिया सी जे अंश वड्डा होवे ते हर निक्का होवे ते ਉਹ वाली जिहड़ी आ किसी भी घटना की संभावना नहीं हो सकती, तो ਇਹਦਾ आंसर कितना आएगा 5/3। तो जे प्रतिशत की गल करिए तो 100% तक 100% तक संभावना हो सकती है। जे 101% भी आ गया तो वह भी संभावना किसी की नहीं हो सकती, किसी भी घटना की। अगे देखो क्वेश्चन नंबर 33, जेकर PE बराबर 0.04 है तो P0 E, तो असीं एक चों इनू माइनस कर देंगे, 1 माइनस 0.04। जो एक चों इनू माइनस करांगे तो की आंसर आएगा 0.96, तो यह सी आंसर आएगा, सी ऑप्शन। अगे देखो क्वेश्चन नंबर 34, कहते एक डब्बे में 25 कार्ड हैं जिन्हां उत्ते 1 तो 25 तक अंक लिखे गए हैं, उन्हां विचों एक कार्ड अचानक बाहर कढ़िया जाना है। 5 के गुणांक संख्या आने की संभावना की है होगी। देखो बच्चों 1 तो 25 तक संख्या वा, 5 के गुणांक किहड़े किहड़े होणगे, पहलां तो 5, फिर 5 दूनी 10, 5 तीए 15, 5 चौका 20 तो 5 पंजा 25। असीं 25 तक ही रहना क्योंकि कार्ड 1 तो 25 तक वा। यही 5 के गुणांक ने किन्ने बने 1 2 3 4 5, तो की बनी संभावना 5/25, क्योंकि कुल कार्ड 25 ने, 5 एकम 5 तो 5 पंजा 25 1/5। यह साढ़े को आंसर आ गया, तो यही ऑप्शन सी जे 1/5 यदा आंसर आ गया। अगे देखो ताश की 52 पत्तियां की गुट्टी विचों एक पत्ता अचानक बाहर कढ़िया गया, संभावना पता करो कि वह चित्र पत्ता होवे, यानी कि फेस कार्ड होवे। तो 52 पत्तियां में तुहानूं पता कि जिहड़े फेस कार्ड ने वो किन्ने हुंदे आ, एक तरह के पत्ते दे विच 3 फेस कार्ड हुंदे जे, तो 4 तरह के पत्ते ने, तो 4 तरह के पत्तियां दे विच फेस कार्ड किन्ने बन गए 12, तो 12/52 लिखांगे असीं। इहदी संभावना जिहड़ी आ किन्नी बनेगी 12/52। हुण कटिंग कर लो, ये 4 के पहाड़े नाल, 4 तीए 12 तो 13 चौके 52, कितना आंसर आ गया 3/13। यही सी ऑप्शन इसका आंसर जे 3/13। अगे देखो अर्धव्यासी खंड का खेत्रफल जिसका केंद्र का कोण P डिग्री अते अर्धव्यास R होवे। हुण देखो अर्धव्यासी खंड का खेत्रफल सानूं पता जिथे थीटा वा उत्थे P डिग्री आ गया, जिथे R लिखते हैं उत्थे छोटा R लिखते हैं, उत्थे वड्डा R अर्धव्यास लिखिया वा। सानूं फार्मूला पता θ/360, फार्मूला की हुंदा θ/360 डिग्री गुणा πr², यह फार्मूला हुंदा। हुण ये देखो कित्थे आ देखो फार्मूले थोड़ा जिहा बदल के पाया वा, θP इत्थे πr² होना सी आ फार्मूला वा, लेकिन थल्ले 360 गुणा 2 कर दिता, 360 गुणा 2 तो नाल ही 2 दे नाल इत्थे गुणा कर दी उपर, तो की बन गया 360 दूणा 720 तो नाल 2 इत्थे आ गया यह नाल। तो यही इसदा आंसर जे ध्यान रखियो कि कई बार इस तरह के फार्मूले नूं मल्टीपल बना के पा दिंदे आ। तुसीं P/180 गुणा πr² ना लिखियो, क्योंकि 360 तो हुंदा ही हुंदा। जे इत्थे पाई दे नाल मल्टीप्लाई किसी होर डिजिट दी कीती है तो उन्होंने ही तुसीं हर च गुणा करके देख लेना 360 के नाल। अगे देखो चक्कर दे 1/4 का खेत्रफल पता करो जिसका परिमाप 22 सेंटीमीटर होवे। हुण देखो बच्चों परिमाप दिता वा तो 1/4 का मतलब हुंदा चौथा हिस्सा, तो चौथे हिस्से दे विच जिहड़ा चक्कर के अंदर कोण बनता वो 90 डिग्री बनेगा। तो उन्होंने कितना सॉल्व करांगे मैं तुहानूं दसदा। आ देखो बच्चों यह साढ़े को चक्कर आ, केंद्र यह 1/4। तुहानूं पता कि जे असीं इहदा पूरा ग्राफ इस तरह करके कंप्लीट कर लीए इहदे अंदर, तो चौथाई सानूं पता क्वाड्रेंट, एक क्वाड्रेंट सारे बनते आ, यह चौथा हिस्सा चौथाई इहनूं बोलते हैं असीं। तो इहदा असीं खेत्रफल कढ़ना वा। हुण देखो उन्होंने सानूं इस अर्धव्यास नहीं दस्सिया किन्ना वा, सानूं की देता परिमाप। हुण परिमाप का फार्मूला सानूं पता किन्ना हुंदा 2πr, तो 2πr किन्ना वा 22। इत्थों असीं R की वैल्यू कढ़ांगे, तो जो R निकल जाएगा तो फिर असीं फार्मूला लगा के सॉल्व कर लांगे। हुण देखो 2 गुणा 22/7 गुणा R बराबर है 22,
ਹੁਣ ਇੱਥੋਂ ਅਸੀਂ ਆਰ ਬਰਾਬਰ 22 ਗੁਣਾ 7, ਇਹ 7 ਉੱਪਰ ਚਲ ਗਿਆ, ਥੱਲੇ 2 ਗੁਣਾ 22 ਇੱਥੇ ਆ ਗਿਆ, 22 ਨਾਲ 22 ਕੱਟ, ਹੁਣ ਕੀ ਬਚਿਆ 7/2, ਅਤੇ 7/2 ਕਿੰਨਾ ਆ ਗਿਆ 3.5। ਜੇ ਤੁਸੀਂ 3.5 ਲਿਖਣਾ ਵਾ ਲਿਖੋ, ਜੇ ਨਹੀਂ ਵੀ ਲਿਖੋਗੇ ਤਾਂ ਤੁਸੀਂ 7/2 ਵੀ ਰਹਿਣ ਦੋਗੇ ਤਾਂ ਵੀ ਤੁਸੀਂ ਇਹਨੂੰ ਸੋਲਵ ਕਰ ਸਕਦੇ ਹੋ। ਹੁਣ ਦੇਖੋ ਜੇ ਅਸੀਂ ਇਹਨੂੰ 7/2 ਹੀ ਛੱਡ ਦਈਏ, ਕਿਉਂਕਿ ਡੈਸੀਮਲ 'ਚ ਤੁਹਾਨੂੰ ਕਈ ਵਾਰੀ ਭੁਲੇਖਾ ਲੱਗ ਜਾਂਦਾ, ਮੰਨ ਲਓ ਕਿ ਇਹਦਾ ਅਰਧ ਵਿਆਸ 7/2 ਹੀ ਆ। ਹੁਣ ਅਸੀਂ ਇਹਦਾ ਕੀ ਕੱਢਣਾ ਖੇਤਰਫਲ, ਆ ਦੇਖੋ ਖੇਤਰਫਲ, ਅਤੇ ਖੇਤਰਫਲ ਦਾ ਫਾਰਮੂਲਾ ਹੁਣੇ ਦੱਸਿਆ ਸੀ θ/360 ਡਿਗਰੀ ਗੁਣਾ ਪਾਈ ਆਰ ਸਕੇਅਰ। ਹੁਣ ਥੀਟਾ ਕਿੰਨਾ 90, ਚੌਥਾਈ ਦਾ ਕੋਣ 90 ਡਿਗਰੀ ਦਾ ਹੁੰਦਾ, 90/360 ਡਿਗਰੀ ਗੁਣਾ ਪਾਈ ਯਾਨੀ ਕਿ 22/7, ਵੈਲਿਊ ਪੁੱਟ ਕਰ ਦਿਓ ਇੱਥੇ ਨਾਲ ਹੀ, ਅਤੇ ਆਰ ਦੀ 2, ਆਰ ਕਿੰਨਾ 7/2, ਇਹਦੀ ਪਾਵਰ 2 ਆ, ਇਹਨੂੰ 2 ਵਾਰੀ ਲਿਖ ਲਓ 7/2 ਅਤੇ 7/2। ਹੁਣ ਕਟਿੰਗ ਕਰਾਂਗੇ, ਇੱਥੇ 22 ਜੇ, ਆ ਦੇਖੋ 0 ਨਾਲ 0 ਕੱਟ, 9 ਚੌਕਾ 36, ਹੁਣ 7 ਏਕਮ 7, ਇਹ 2 ਦੂਣੀ 4 ਅਤੇ 11 ਦੂਣਾ 22, ਅਤੇ ਸਾਡੇ ਕੋਲ ਕਿੰਨਾ ਆ ਗਿਆ ਹੁਣ ਦੇਖੋ ਇੱਥੇ 11 7 77, ਥੱਲੇ ਕਿੰਨਾ ਬਚਿਆ 2 2 ਅਤੇ 2 ਯਾਨੀ 2 ਦੂਣੀ 4 ਦੂਣੀ 8, 77/8 ਨਾਲ ਕੀ ਸੀਗਾ ਸੈਂਟੀਮੀਟਰ ਦਿੱਤਾ ਸੀਗਾ, ਅਤੇ ਇਹਦਾ ਖੇਤਰਫਲ ਕੱਢਿਆ ਅਤੇ ਸੈਂਟੀਮੀਟਰ ਸਕੇਅਰ ਕਿੰਨਾ ਆ ਗਿਆ 77/8 ਸੈਂਟੀਮੀਟਰ ਸਕੇਅਰ। ਦੇਖੋ ਆਨਸਰ ਆ ਸੀ ਆਪਸ਼ਨ, ਆ ਦੇਖੋ 77/8 ਸੈਂਟੀਮੀਟਰ ਸਕੇਅਰ। ਇਹ ਸੀਗਾ ਕੁਐਸਚਨ ਨੰਬਰ 37। ਅੱਗੇ ਦੇਖੋ 38 ਨੰਬਰ, ਇੱਕ ਵਰਗ ਦੇ ਵਿੱਚ ਇੱਕ ਚੱਕਰ ਹੈ ਜਿਸ ਦਾ ਅਰਧ ਵਿਆਸ, ਆ ਦੇਖੋ ਬੱਚਿਓ 38ਵੇਂ ਕੁਐਸਚਨ 'ਚ ਇੱਕ ਵਰਗ ਦੇ ਵਿੱਚ ਇੱਕ ਚੱਕਰ ਹੈ, ਆ ਦੇਖੋ ਬੱਚਿਓ ਮੈਂ ਵਰਗ ਬਣਾ ਕੇ ਉਹਦੇ ਵਿੱਚ ਇੱਕ ਚੱਕਰ ਬਣਾ ਲਿਆ ਜਿਸ ਦਾ ਅਰਧ ਵਿਆਸ 4 ਸੈਂਟੀਮੀਟਰ ਹੈ, ਅਤੇ ਵਰਗ ਦੀ ਭੁਜਾ ਪਤਾ ਕਰੋ। ਆ ਦੇਖੋ ਬੱਚਿਓ ਜਿਹੜਾ ਅਰਧ ਵਿਆਸ ਵਾ ਉਹ ਤੁਸੀਂ ਕਿਸੇ ਪਾਸੇ ਨੂੰ ਵੀ ਲੈ ਲਓ, ਆ ਦੇਖੋ ਇਹ ਕਿੰਨਾ ਜੇ 4 ਸੈਂਟੀਮੀਟਰ। ਹੁਣ ਦੇਖੋ 4 ਸੈਂਟੀਮੀਟਰ ਆ, ਅਤੇ ਜੇ ਇੱਥੋਂ ਤੱਕ ਪੂਰਾ ਅਸੀਂ ਕਰ ਲਈਏ ਇਹਨੂੰ, ਅਤੇ 4 ਅਤੇ 4 ਇਹ ਟੋਟਲ ਆ ਵੀ 4 ਸੈਂਟੀਮੀਟਰ, ਅਤੇ ਟੋਟਲ ਕਿੰਨਾ ਬਣ ਗਿਆ ਇਹ ਚੱਕਰ ਦੇ ਵਿੱਚ ਆ ਜਿਹੜਾ ਵਿਆਸ ਵਾ ਜਿਹੜਾ ਵਰਗ ਨੂੰ ਸਪਰਸ਼ ਕਰਦਾ ਪਿਆ 8 ਸੈਂਟੀਮੀਟਰ, ਅਤੇ ਇਹਦਾ ਮਤਲਬ ਇਹਦੀ ਭੁਜਾ ਕਿੰਨੀ ਹੋਈ 8 ਸੈਂਟੀਮੀਟਰ, ਕਿਉਂਕਿ ਆ ਜਿਹੜੀ ਭੁਜਾ ਬਾਹਰੋਂ ਆ ਇਹ ਇਹਦੇ ਅੰਦਰ ਵਿਆਸ ਦੇ ਬਿਲਕੁਲ ਬਰਾਬਰ ਆ ਰਹੀ ਆ, ਅਤੇ ਆਨਸਰ ਕਿੰਨਾ ਆਇਆ 8 ਸੈਂਟੀਮੀਟਰ। ਅਤੇ ਦੇਖੋ ਇਹਦਾ ਕਿਹੜੇ ਆਪਸ਼ਨ ਆ ਬੀ ਆਪਸ਼ਨ, ਇਹੀ ਇਹਦਾ ਆਨਸਰ ਜੇ 8 ਸੈਂਟੀਮੀਟਰ। ਅੱਗੇ ਦੇਖੋ ਕੁਐਸਚਨ ਨੰਬਰ 39, ਇੱਕ ਚੱਕਰ ਦੀ ਵੱਤਰ ਜਿਸ ਦਾ ਅਰਧ ਵਿਆਸ 10 ਸੈਂਟੀਮੀਟਰ ਹੈ ਕੇਂਦਰ 'ਤੇ ਸਮਕੋਣ ਬਣਾਉਂਦੀ ਹੈ। ਹੁਣ ਕੇਂਦਰ 'ਤੇ ਸਮਕੋਣ ਬਣਾਉਂਦੀ ਹੈ, ਅਤੇ ਪਤਾ ਕੀ ਕਰਨਾ ਅਸੀਂ ਇਸ ਵੱਤਰ ਦੇ ਸੰਗਤ ਚਾਪ ਦੀ ਲੰਬਾਈ ਜਿਹੜੀ ਆ ਉਹ ਪਤਾ ਕਰਨੀ ਆ। ਚਲੋ ਦੇਖਦੇ ਹਾਂ। ਆਹ ਦੇਖੋ ਬੱਚਿਓ ਚੱਕਰ ਬਣਾ ਲਿਆ, ਇੱਕ ਚੱਕਰ ਦੀ ਵੱਤਰ, ਜਿਹੜੀ ਵੱਤਰ ਵਾ ਦੇਖੋ ਇਹ ਮੰਨ ਲਓ ਇਹਦਾ ਵੱਤਰ ਏ ਬੀ ਆ, ਯਾਨੀ ਕੋਡ ਆਫ ਸਰਕਲ, ਕਹਿੰਦੇ ਵੀ ਇਹ ਜਿਸ ਦਾ ਅਰਧ ਵਿਆਸ 10 ਸੈਂਟੀਮੀਟਰ ਆ, ਇਹ 10 ਸੈਂਟੀਮੀਟਰ ਇੱਧਰ ਵੀ ਜਾਂ ਇੱਧਰੋਂ ਲੈ ਲਓ, ਕੇਂਦਰ 'ਤੇ ਸਮਕੋਣ ਬਣਾਉਂਦੀ ਆ, ਯਾਨੀ ਕਿ ਆਹ ਜਿਹੜਾ ਕੋਣ ਵਾ ਇਹਦਾ ਉਹ 90 ਡਿਗਰੀ ਆ ਇੱਥੇ। ਹੁਣ ਪਤਾ ਕੀ ਕਰਨਾ ਇਸ ਵੱਤਰ ਦੇ ਸੰਗਤ ਚਾਪ ਦੀ ਲੰਬਾਈ, ਤਾਂ ਉਹਦਾ ਫਾਰਮੂਲਾ ਕੀ ਹੁੰਦਾ ਬੱਚਿਓ ਤੁਹਾਨੂੰ ਪਤਾ ਹੀ ਆ θ/360 ਗੁਣਾ 2 ਪਾਈ ਆਰ, ਇਹ ਫਾਰਮੂਲਾ ਜੇ ਇਹਦਾ। ਇਹਦੇ 'ਚ ਅਸੀਂ ਵੈਲਿਊ ਪੁੱਟ ਕਰਾਂਗੇ, ਥੀਟਾ ਕਿੰਨਾ ਸਾਡੇ ਕੋਲ 90 ਡਿਗਰੀ, 90 ਡਿਗਰੀ ਬਟਾ 360 ਗੁਣਾ 2, ਅਤੇ ਪਾਈ ਦੀ ਵੈਲਿਊ 22/7, ਅਤੇ ਰੇਡੀਅਸ ਕਿੰਨਾ ਦਿੱਤਾ 10। ਕਟਿੰਗ ਕਰਾਂਗੇ ਇੱਥੇ 0 ਨਾਲ 0, 9 ਚੌਕਾ 36, ਆ ਦੇਖੋ 2 ਏਕਮ 2, 2 ਦੂਣੀ 4, 2 ਦੇ ਪਹਾੜੇ 'ਚ 11, ਅਤੇ ਕਿੰਨਾ ਆ ਗਿਆ 11 ਦਾ ਆਇਆ 110, ਇੱਥੇ ਲਿਖ ਲੈਂਦੇ ਹਾਂ 110/7, ਅਤੇ ਨਾਲ ਕੀ ਆਏਗਾ ਸੈਂਟੀਮੀਟਰ, ਚਾਪ ਦੀ ਲੰਬਾਈ ਆ 110/7 ਸੈਂਟੀਮੀਟਰ। ਇਹੀ ਆਨਸਰ ਆ, ਦੇਖਦੇ ਹਾਂ ਅਸੀਂ ਆਪਣੀ। ਹੁਣ ਇਹਨਾਂ ਨੇ ਇਹਨੂੰ ਡੈਸੀਮਲ 'ਚ ਵੀ ਕੱਢਿਆ ਹੋਇਆ ਵਾ, ਆ ਦੇਖੋ ਹੁਣ ਇਹਨੂੰ ਡਿਵਾਈਡ ਕਰ ਲੈਂਦੇ ਹਾਂ ਅਸੀਂ, ਜੇ ਆਨਸਰ ਇਸ ਤਰ੍ਹਾਂ ਨਹੀਂ ਦਿੱਤਾ ਇੱਥੇ ਡਿਵਾਈਡ ਕਰ ਲੈਂਦੇ ਹਾਂ 110 ਨੂੰ 7 ਨਾਲ, 7 ਏਕਮ 7, 40 ਆ ਗਿਆ, ਅੱਗੇ 7 5 35, 5 ਬਚਿਆ, ਡੈਸੀਮਲ ਲਗਾਇਆ ਨਾਲ 0, ਅਤੇ 7 7 49, ਮਤਲਬ ਲਗਭਗ 15.7 ਸੈਂਟੀਮੀਟਰ ਆਨਸਰ ਹੋਏਗਾ ਇਹਦਾ, 15.7, ਕਿਉਂਕਿ ਅੱਗੇ 1 ਆ ਗਿਆ ਵਾ, ਫਿਰ ਅੱਗੇ 15.7 ਦੇ ਨਾਲ 1 ਆ ਜਾਏਗਾ,
ਜੇ ਅੱਗੇ ਡਿਵਾਈਡ ਕਰਨਾ ਹੋਏਗਾ, ਨਹੀਂ ਤਾਂ 15.7 ਸੈਂਟੀਮੀਟਰ, ਕਿਉਂਕਿ ਡੈਸੀਮਲ 'ਚ ਆਂਸਰ ਦਿੱਤਾ ਆ ਦੇਖੋ ਇਹਦੇ 'ਚ ਹੈਗਾ 15.7 ਸੈਂਟੀਮੀਟਰ। ਇਹ ਇਹਦਾ ਆਂਸਰ ਆ ਗਿਆ। ਅੱਗੇ ਦੇਖੋ ਕੁਐਸਚਨ ਨੰਬਰ 40। ਇੱਕ ਬੱਚੇ ਦੇ ਕੋਲ ਇੱਕ ਅਜਿਹਾ ਪਾਸਾ ਹੈ ਜਿਸ ਦੇ ਫਲਕਾਂ ਉੱਤੇ ਹੇਠ ਲਿਖੇ ਅੱਖਰ ਅੰਕਿਤ ਹਨ। ਕੀ ਅੰਕਿਤ ਆ? A B C D E ਤੇ B। ਇਸ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ, ਇਸ ਦੀ ਕੀ ਸੰਭਾਵਨਾ ਹੈ ਕਿ B ਪ੍ਰਾਪਤ ਹੋਵੇ? ਹੁਣ ਦੇਖੋ ਬੱਚਿਓ, B ਕਿੰਨੀ ਵਾਰੀ ਆ? 2 ਵਾਰੀ। ਅਤੇ ਟੋਟਲ ਕਿੰਨੇ ਪਾਸੇ ਦੇ ਹੁੰਦੇ ਨੇ? ਸਾਈਡਾਂ 6 ਫਲਕਾਂ ਹੁੰਦੀਆਂ ਨੇ, ਅਤੇ B 2 ਵਾਰੀ, ਅਤੇ ਕੀ ਸੰਭਾਵਨਾ ਆਏਗੀ? 2/6। 2 ਏਕਮ 2 ਅਤੇ 2 ਤੀਆ 6। ਕਿੰਨਾ ਆਂਸਰ ਆ ਗਿਆ? 1/3। ਹੁਣ ਆ ਦੇਖੋ ਬੱਚੋ, ਇਹਦਾ ਆਂਸਰ ਕਿੰਨਾ? 1/3। ਇਹ ਇਹਦਾ ਆਂਸਰ ਜੀ 1/3। ਬੱਚੋ ਇਹ ਸੀਗਾ ਸੈਂਪਲ ਪੇਪਰ। ਹੋ ਸਕਦਾ ਇਹਦੇ ਵਿੱਚੋਂ ਕੁਐਸਚਨ ਤੁਹਾਡੇ ਐਗਜ਼ਾਮ 'ਚ ਆਉਣ ਜਾਂ ਇਹਦੇ ਨਾਲ ਰਲਦੇ ਮਿਲਦੇ ਆਉਣ। ਮੈਥਡ ਇਹੀ ਹੋਣਗੇ। ਤੁਸੀਂ ਬੜੇ ਧਿਆਨ ਨਾਲ ਵੀਡੀਓ ਨੂੰ ਦੇਖਿਓ, ਸਕਿਪ ਕਰਕੇ ਨਾ ਦੇਖਿਓ। ਹਰ ਕੁਐਸਚਨ ਨੂੰ ਚੰਗੀ ਤਰ੍ਹਾਂ ਸਮਝਿਓ, ਕਿਉਂਕਿ ਇਹਦੇ ਨਾਲ ਦੇ ਜਿਸ ਤਰ੍ਹਾਂ ਹੁਣ ਸੰਭਾਵਨਾ ਦੇ ਕੁਐਸਚਨ ਆ, ਇਹਦੇ 'ਚੋਂ 6 ਕੁਐਸਚਨ ਆਉਣੇ, ਤੁਹਾਨੂੰ ਪਤਾ ਹੀ ਆ। ਬਾਕੀਆਂ 'ਚੋਂ ਕਿਸੇ 'ਚੋਂ 4, ਕੋਈ 5, ਕਿਸੇ 'ਚੋਂ 6, ਅਲੱਗ ਅਲੱਗ ਨੇ। ਔਰ ਤੁਸੀਂ ਬੜੇ ਧਿਆਨ ਨਾਲ ਤਿਆਰੀ ਕਰਨੀ ਆ ਸਾਰੇ ਪੇਪਰ ਦੀ। ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਿਓ, ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ। ਚੈਨਲ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ, ਕਿਉਂਕਿ ਜਦੋਂ ਤੁਸੀਂ ਸਬਸਕ੍ਰਾਈਬ ਕਰਦੇ ਹੋ ਤਾਂ ਸਾਨੂੰ ਮੋਟੀਵੇਸ਼ਨ ਮਿਲਦੀ ਆ, ਅਤੇ ਸਾਡਾ ਫਿਰ ਤੁਹਾਡੇ ਵਾਸਤੇ ਹੋਰ ਵੀਡੀਓਜ਼ ਲੈ ਕੇ ਆਉਣ ਨੂੰ ਦਿਲ ਕਰਦਾ। ਇਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਧੰਨਵਾਦ।